ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਰੋ ਬੇਨੰਤੀ ਸੁਨੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ ਔਦ ਘਟੈ। ਦਿਨਸ ਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ। ਇਹੋ ਸੰਸਾਰ ਵਿਕਾਰ ਸੰਸੇ ਮੈਂ ਧਰਿਓ ਬ੍ਰਹਮ ਗਿਆਨੀ। ਜਿਸੈ ਜਗਾਵੈ ਪਿਆਵੈ ਓ ਰਸ। ਅਕਥ ਕਥਾ ਤਿਨ ਜਾਨੀਏ। ਜਾ ਕੋ ਆਏ ਸੋਈ ਬਿਹਾਜੋ। ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਕਾਰ ਮਹਿਲ ਪਾਵੋ ਸੁਖ ਸਹਜੇ। ਬਾਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ। ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ। ਮੁਖ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਵਿਧਾਤੇ। ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ। ਮੁਖ ਕਰ ਸੰਤਨ ਕੀ ਧੂਰੇ। ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਾਲ ਜਨਮ ਜਨਮ ਦੇ ਘਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਮਾਲ ਜਨਮ ਜਨਮ ਦੀ ਘਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਮਾਰੂ ਮਹਲਾ ਪਹਿਲਾ। ਘਰ ਪਹਿਲਾ ਚੌਪ ਦੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼ਲੋਕ ਸਾਜਨ ਤੇਰੇ ਚਰਨ ਕੀ। ਹੋਏ ਰਹਾ ਸਤਿਗੁਰ। ਨਾਨਕ ਸਰਣ ਤੁਹਾਰਿਆ। ਵੇਖੋ ਸਦਾ ਹਜੂਰ। ਸਾਜਨ ਤੇਰੇ ਚਰਨ ਕੀ। ਹੋਏ ਰਹਾ ਸਤਿਗੁਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਨਿਧਾਨ
ਭਗਤ ਵਛਲ ਪਤਤ ਪਾਵਨ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਪ੍ਰਾਪਤ ਕਰ ਰਹੀ ਗੁਰੂ ਕੀ ਸੰਗਤ, ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਸ਼ਸ਼ੋਭਤ ਹੁੰਦਿਆਂ ਹੋਇਆਂ ਸਤਿਗੁਰਾਂ ਦੀ ਗੁਰਬਾਣੀ ਆਸਾ ਦੀ ਵਾਰ ਭਾਵਨਾ ਨਾਲ, ਸ਼ਰਧਾ ਨਾਲ ਗੁਰਸਿੱਖਾਂ ਨੇ, ਗੁਰਮੁਖਾਂ ਨੇ ਸਰਵਣ ਕੀਤੀ ਹੈ। ਇਸ ਵੇਲੇ ਸਤਿਗੁਰੂ ਸਾਨੂੰ ਲੜੀਵਾਰ ਕਥਾ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਨ ਦਾ ਧਿਆਨ ਟਿਕਾਉਣ ਵਾਸਤੇ ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਮਾਰੂ ਮਹਲਾ ਪਹਿਲਾ। ਮਾਰੂ ਰਾਗ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਅੱਜ ਦਾ ਇਹ ਸ਼ਬਦ ਜਾਂ ਮਾਰੂ ਰਾਗ ਦੀ ਜੋ ਪ੍ਰਰੰਭਤਾ ਹੈ, ਇਹ 999 ਅੰਗ ਦੇ ਉੱਪਰ ਮਹਾਰਾਜ ਸਾਹਿਬ ਜੀ ਕਰਦੇ ਪਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ 31 ਰਾਗ ਪਾਤਸ਼ਾਹ ਨੇ ਲਿਖੇ ਨੇ। 31 ਰਾਗਾਂ ਦੇ ਵਿੱਚੋਂ ਇਹ ਜੋ ਰਾਗ ਮਾਰੂ ਹੈ, ਇਸ ਦਾ 21 ਨੰਬਰ ਹੈ। ਇਸ ਤੋਂ ਪਹਿਲਾਂ 20 ਰਾਗ ਆਪਾਂ ਸਰਵਣ ਕਰ ਲਏ ਨੇ। ਇਹ 21 ਨੰਬਰ ਜਿਹੜਾ ਰਾਗ ਹੈ, ਇਸ ਨੂੰ ਆਪਾਂ ਸਰਵਣ ਕਰਨ ਜਾ ਰਹੇ ਹਾਂ। ਇਸ ਮਾਰੂ ਰਾਗ ਨੂੰ ਖਾਡਵ ਜਾਤੀ ਦਾ ਰਾਗ ਮੰਨਿਆ ਹੈ ਤੇ ਇਸ ਦੇ ਗਾਇਨ ਕਰਨ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ। 12 ਵਜੇ ਤੋਂ ਲੈ ਕੇ 3 ਵਜੇ ਤੱਕ ਇਸ ਮਾਰੂ ਰਾਗ ਨੂੰ ਜਿਹੜੇ ਗਵਈਏ ਨੇ ਉਹ ਗਾਉਂਦੇ ਨੇ। ਸਰਦ ਰੁੱਤ ਦੇ ਵਿੱਚ ਵੀ ਇਹ ਰਾਗ ਗਾਇਆ ਜਾਂਦਾ ਹੈ। ਸਰਦੀ ਦੀ ਰੁੱਤ ਦਾ ਇਹ ਰਾਗ ਹੈ ਅਤੇ ਇਸੇ ਤਰ੍ਹਾਂ ਇਹ ਜੋਸ਼ ਪੈਦਾ ਕਰਦਾ ਹੈ। ਜਦੋਂ ਕਿਤੇ ਸੂਰਮੇ ਜੱਗ ਨੂੰ ਚੜ੍ਹਦੇ ਨੇ, ਉਸ ਵੇਲੇ ਇਸ ਰਾਗ ਦੀ ਧੁਨ ਵਜਾਈ ਜਾਂਦੀ ਹੈ ਤਾਂ ਕਿ ਜੰਗ ਕਰਨ ਵਾਲੇ ਸੂਰਮਿਆਂ ਨੂੰ ਹੋਰ ਜੋਸ਼ ਪੈਦਾ ਹੋਵੇ। ਇਸ ਤਰ੍ਹਾਂ ਦਾ ਇਹ ਜੋਸ਼ ਪੈਦਾ ਕਰਨ ਵਾਲਾ ਰਾਗ ਹੈ। ਸਰਦ ਰੁੱਤ ਵਿੱਚ ਇਸ ਦਾ ਗਾਇਨ ਕਰਨ ਦਾ ਸਮਾਂ ਹੈ। ਦਿਨ ਦਾ ਤੀਜਾ ਪਹਿਰ 12 ਵਜੇ ਤੋਂ 3 ਵਜੇ ਦਾ ਹੈ। ਇਸ ਸਮੇਂ ਇਸ ਰਾਗ ਨੂੰ ਗਾਇਆ ਜਾਂਦਾ ਹੈ। ਮਹਾਰਾਜ ਜੀਆਂ ਨੇ ਰਾਗਮਾਲਾ ਅੰਦਰ ਬਚਨ ਲਿਖੇ ਨੇ। ਮਾਰੂ ਮਸਤ ਅੰਗ ਮੇ ਵਾਰਾ, ਪ੍ਰਬਲ ਚੰਡ ਕੌਸਕ ਉਭਾਰਾ। ਇਹ ਜੋ ਮਾਰੂ ਰਾਗ ਹੈ, ਮਾਲ ਕੌਸਕ ਰਾਗ ਦਾ ਪੁੱਤਰ ਹੈ। ਸੋ ਐਸੇ ਰਾਗ ਦੇ ਅੰਦਰ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਪਵਿੱਤਰ ਸ਼ਬਦ ਹੈ ਸਾਨੂੰ ਉਪਦੇਸ਼ ਦਾ ਬਖਸ਼ਿਸ਼ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 21 ਨੰਬਰ ਇਹ ਰਾਗ ਹੈ। ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ। ਸਰਦ ਰੁੱਤ ਦਾ ਰਾਗ ਹੈ। ਸੂਰਮਿਆਂ ਦੇ ਵਿੱਚ ਜੋਸ਼ ਪੈਦਾ ਕਰਨ ਵਾਲਾ ਇਸ ਮਾਰੂ ਰਾਗ ਨੂੰ ਗਿਣਿਆ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਜਦੋਂ ਕੋਈ ਵਿਅਕਤੀ ਚੜ੍ਹਾਈ ਕਰ ਜਾਂਦਾ ਹੈ ਨਾ, ਸਰੀਰ ਛੱਡ ਜਾਂਦਾ ਹੈ, ਉਸ ਵੇਲੇ ਇਸ ਰਾਗ ਨੂੰ ਪੜ੍ਹਿਆ ਜਾਂਦਾ। ਆਗੇ ਚਲਤ ਸੋ ਮਾਰੂ ਗਾਵਤ, ਚੰਦਨ ਚਿਤਾ ਬਸਾਲ ਬਣਾਈ। ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਕਿ ਇਸ ਤਰ੍ਹਾਂ ਜਦੋਂ ਕੋਈ ਵਿਅਕਤੀ ਚੜ੍ਹਾਈ ਕਰ ਜਾਂਦਾ ਹੈ ਤੇ ਉਸ ਦੇ ਸਰੀਰ ਨੂੰ ਸ਼ਮਸ਼ਾਨ ਦੇ ਵਿੱਚ ਲੈ ਕੇ ਜਾਂਦੇ, ਉਸ ਵੇਲੇ ਇਸ ਰਾਗ ਨੂੰ ਪੜ੍ਹਿਆ ਜਾਂਦਾ ਹੈ। ਇਹ ਐਸਾ ਸ਼ੋਕਮਈ ਰਾਗ ਹੈ ਜਿਸ ਨੂੰ ਮਾਰੂ ਲਿਖਿਆ ਹੈ। ਇਹਦੇ ਅੰਦਰ ਪਾਤਸ਼ਾਹ ਉਪਦੇਸ਼ ਬਖਸ਼ਦੇ ਹਨ। ਘਰ ਪਹਿਲਾ ਚੌਪ ਦੇ। ਮਾਰੂ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹ ਸਾਨੂੰ ਰਾਗ ਦੇ ਅੰਦਰ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਗਾਇਨ ਕਰਨ ਵਾਲੇ ਜਿਹੜੇ ਰਾਗੀ ਸਿੰਘ ਨੇ, ਉਹਨਾਂ ਨੂੰ ਪਹਿਲੇ ਘਰ ਦੇ ਅੰਦਰ ਗਾਉਣ ਦਾ ਹੁਕਮ ਕਰਦੇ ਪਏ। ਚੌਪਦੇ ਤੋਂ ਭਾਵ ਇਹ 4 ਪੌੜੀਆਂ ਦਾ ਸ਼ਬਦ ਆਵੇਗਾ। ਇਸ ਸ਼ਬਦ ਦੀਆਂ 4 ਪੌੜੀਆਂ ਨੇ। 4 ਪਦ ਹੋਣ ਕਰਕੇ ਇਸ ਨੂੰ ਚੌਪਦੇ ਲਿਖਿਆ ਮਹਾਰਾਜ ਨੇ ਵੀ 4 ਪੌੜੀਆਂ ਦਾ ਸ਼ਬਦ ਹੈ।
ਮਹਾਰਾਜ ਫਰਮਾਉਂਦੇ ਹਨ। ਇੱਕ ਓੰਕਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਸੁਲਤਾਨਪੁਰ ਦੀ ਧਰਤੀ ਤੇ ਬਿਰਾਜੇ ਸਨ ਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਗੁਰਦੁਆਰਾ ਬੀਰ ਸਾਹਿਬ ਜਿਹੜਾ ਬਣਿਆ ਹੋਇਆ, ਇੱਥੇ ਮਹਾਰਾਜ ਜੀਆਂ ਨੇ ਵੇਈ ਨਦੀ ਦੇ ਵਿੱਚ ਟੁੱਬੀ ਮਾਰੀ ਹੈ ਤੇ ਅਕਾਲ ਪੁਰਖ ਦੇ ਦਰਸ਼ਨ ਕਰਨ ਵਾਸਤੇ ਸੱਚਖੰਡ ਪਹੁੰਚੇ। ਉੱਥੋਂ ਮਹਾਰਾਜ ਜੀਆਂ ਨੇ ਇਹ 36 ਮੰਤਰਾ 36 ਅੱਖਰਾਂ ਜਿਹੜਾ ਮੰਤਰ ਹੈ ਇਹ ਲੈ ਕੇ ਆਂਦਾ, ਜਿਹੜਾ ਆਪਾਂ ਪੜ੍ਹਦੇ ਹਾਂ। ਸੋ ਇਸ ਮੰਤਰ ਨੂੰ ਫਿਰ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਸੰਪੂਰਨ ਤੌਰ 'ਤੇ ਲਿਖਿਆ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈਓ ਅਕਾਲ ਪੁਰਖ ਜਿਸ ਦਾ ਨਾਮ ਓੰਕਾਰ ਹੈ ਉਹ ਇੱਕ ਹੈ। ਵੱਖ-ਵੱਖ ਧਰਮਾਂ ਨੇ ਉਸ ਪ੍ਰਮਾਤਮਾ ਦੇ ਸ਼ਬਦ ਦਾ ਵੱਖਰਾ ਵੱਖਰਾ ਜ਼ਿਕਰ ਕੀਤਾ ਹੈ। ਜਿਵੇਂ ਇਸਲਾਮ ਵਾਲੇ ਕਹਿੰਦੇ ਨੇ ਵੀ ਖੁਦਾ ਨੇ ਕੁਨ ਸ਼ਬਦ ਆਖਿਆ, ਕੁਨ ਸ਼ਬਦ ਕਿਹਾ ਤੇ ਇਹ ਸਾਰੀ ਸ੍ਰਿਸ਼ਟੀ ਬਣੀ ਹੈ। ਜਿਹੜਾ ਸਨਾਤਨ ਧਰਮ ਹਿੰਦੂ ਹੈ ਉਹ ਕਹਿੰਦੇ ਉਸ ਪ੍ਰਮਾਤਮਾ ਨੇ ਓੰਗ ਸ਼ਬਦ ਆਖਿਆ, ਓੰਗ ਕਹਿ ਕੇ ਸ੍ਰਿਸ਼ਟੀ ਨੂੰ ਰਚਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਗੁਰਮਤਿ ਦਾ ਸ਼ਬਦ ਜੋ ਹੈ ਕਹਿਣ ਲੱਗੇ ਓੰਗ ਨਹੀਂ, ਉਹ ਇੱਕ ਓੰਕਾਰ ਹੈ। ਇੱਕ ਓੰਕਾਰ ਕਹਿ ਕੇ ਸ੍ਰਿਸ਼ਟੀ ਬਣੀ ਹੈ। ਮਹਾਰਾਜ ਨੇ ਬਚਨ ਵੀ ਲਿਖਿਆ, ਓੰਕਾਰ ਸੇ ਬਰਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭੈ, ਓੰਕਾਰ ਵੇਦ ਨਿਰਮੈ। ਵੀ ਅਕਾਲ ਪੁਰਖ ਨੇ ਇੱਕ ਓੰਕਾਰ ਦੀ ਧੁਨੀ ਜਿਸ ਵੇਲੇ ਆਖੀ ਹੈ, ਕੀਤਾ ਪਸਾਓ ਏਕੋ ਅਕਵਾਓ ਤਿਸਤੇ ਹੋਏ ਲੱਖ ਦਰਿਆਓ। ਏਕੋ ਅਕਵਾਓ, ਇੱਕੋ ਹੀ ਬਚਨ, ਕਵਾਓ ਨਾਮ ਬਚਨ ਦਾ ਇੱਕੋ ਹੀ ਬਚਨ ਅਕਾਲ ਪੁਰਖ ਨੇ ਆਖਿਆ, ਕੀਤਾ ਪਸਾਓ। ਸਾਰੀ ਸ੍ਰਿਸ਼ਟੀ ਦਾ ਪਸਾਰਾ ਉਸ ਵੇਲੇ ਉਹਨੇ ਪਸਾਰ ਦਿੱਤਾ। ਕਿਵੇਂ ਪਸਾਰਿਆ? ਕੀਤਾ ਪਸਾਓ ਏਕੋ ਅਕਵਾਓ, ਇੱਕ ਬਚਨ ਕਹਿਣ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਬਣੀ ਹੈ। ਤਿਸਤੇ ਹੋਏ ਲੱਖ ਦਰਿਆਓ, ਲੱਖਾਂ ਹੀ ਇਹ ਨਦੀਆਂ ਨਾਲੇ ਦਰਿਆ ਸਮੁੰਦਰ ਸ੍ਰਿਸ਼ਟੀ ਉਸਨੇ ਪੈਦਾ ਕਰ ਦਿੱਤੀ। ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਵੀ ਬਚਨ ਲਿਖਿਆ ਵੀ ਉਸ ਅਕਾਲ ਪੁਰਖ ਨੇ ਓੰਕਾਰ ਕਹਿ ਕੇ ਇਹ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ। ਕੀਆ ਦਿਨ ਸਭ ਰਾਤੀ ਏਕ ਵਾਵੈ ਤੇ ਸਭ ਹੋਆ। ਇਹ ਬਚਨ ਆਪਾਂ ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ। ਮਹਾਰਾਜ ਕਹਿਣ ਲੱਗੇ ਸ੍ਰਿਸ਼ਟੀ ਜਿਹੜੀ ਹੈ ਭਾਈ ਅਕਾਲ ਪੁਰਖ ਦੇ ਇੱਕੋ ਸ਼ਬਦ ਤੋਂ ਓੰਕਾਰ ਤੋਂ ਇਹ ਸ੍ਰਿਸ਼ਟੀ ਬਣੀ ਹੈ। ਬਖਸ਼ਿਸ਼ ਕਰਦੇ ਹਨ। ਸਤਨਾਮ। ਇੱਕ ਓੰਕਾਰ, ਇੱਕ ਓੰਕਾਰ ਤੋਂ ਭਾਵ ਹੈ ਕਿ ਉਹ ਜੋ ਪਰਮਾਤਮਾ ਹੈ ਉਹ ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਹੈ। ਜਾਤੀ ਭੇਦ ਕੀ ਹੈ? ਜਿਵੇਂ ਮਨੁੱਖ ਦੇ ਅੰਦਰ ਜਾਤ ਹੈ ਵੀ ਇਹ ਖੱਤਰੀ ਹੈ, ਇਹ ਬ੍ਰਾਹਮਣ ਹੈ, ਇਹ ਜਾਤਾਂ ਪਾਤਾਂ ਬਣੀਆਂ ਨਾ ਮਨੁੱਖਾਂ ਦੇ ਅੰਦਰ। ਸੋ ਬ੍ਰਾਹਮਣ ਦਾ ਪੁੱਤਰ ਅੱਗੇ ਉਹਦੀ ਵੀ ਬ੍ਰਾਹਮਣ ਜਾਤ ਹੋਵੇਗੀ, ਖੱਤਰੀ ਦਾ ਪੁੱਤਰ ਅੱਗੇ ਬੱਚਾ ਉਹਦੀ ਖੱਤਰੀ ਜਾਤ ਹੋਵੇਗੀ। ਮਨੁੱਖ ਦੀ ਇੱਕ ਜਾਤ ਹੈ, ਉਸ ਜਾਤ ਤੋਂ ਅੱਗੇ ਦੂਜਾ ਮਨੁੱਖ ਬਣ ਜਾਂਦਾ ਹੈ। ਪਰਮਾਤਮਾ ਦੀ ਕੋਈ ਜਾਤ ਨਹੀਂ ਹੈ, ਉਹ ਜਾਤੀ ਤੋਂ ਪਰੇ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਪਰਮਾਤਮਾ ਖੱਤਰੀ ਹੈ, ਬ੍ਰਾਹਮਣ ਹੈ, ਜਾਂ ਉਹ ਜੱਟ ਜ਼ਿਮੀਂਦਾਰ ਹੈ, ਜਾਂ ਉਹ ਬਾਣੀਆ ਹੈ। ਨਹੀਂ, ਉਹ ਇਹਨਾਂ ਸਾਰੀਆਂ ਗੱਲਾਂ ਤੋਂ ਪਰੇ ਹੈ। ਇਸ ਕਰਕੇ ਉਸ ਨੂੰ ਓੰਕਾਰ ਕਿਹਾ ਜਾਂਦਾ ਹੈ। ਉਹ ਕਿਸੇ ਜਾਤ ਵਿੱਚ ਨਹੀਂ ਆਉਂਦਾ। ਚੱਕਰ ਚਿਹਨਿਆਰ ਵਰਨ ਜਾਤ। ਦਸਵੇਂ ਪਾਤਸ਼ਾਹ ਨੇ ਵੀ ਇਹ ਬਚਨ ਲਿਖਿਆ ਜਾਪ ਸਾਹਿਬ ਦੇ ਅੰਦਰ, ਉਸ ਪਰਮਾਤਮਾ ਦੀ ਕੋਈ ਜਾਤ ਨਹੀਂ ਹੈ। ਇਸ ਕਰਕੇ ਉਸ ਨੂੰ ਆਖਿਆ ਜਾਂਦਾ ਓੰਕਾਰ। ਇਹ ਜਾਤੀ ਜਿਹੜਾ ਭੇਦ ਹੈ ਇਹਦੇ ਤੋਂ ਪਰਮਾਤਮਾ ਰਹਿਤ ਹੈ। ਦੂਜਾ ਹੈ ਜਾਤੀ ਤੋਂ ਅੱਗੇ ਆ ਜਾਂਦਾ ਗੁਰਮੁਖੋ ਵਿਜਾਤੀ ਭੇਦ, ਜਿਸ ਨੂੰ ਕਿਹਾ ਜਾਂਦਾ ਹੈ। ਵਿਜਾਤੀ ਭੇਦ ਕੀ ਹੈ? ਜਿਵੇਂ ਪੱਥਰ ਦੀ ਨਸਲ ਵੱਖਰੀ ਹੈ, ਰੁੱਖ ਦੀ ਨਸਲ ਜਿਹੜੀ ਵੱਖਰੀ ਹੈ, ਪਹਾੜ ਵੱਖਰੀ ਨਸਲ ਦਾ ਹੈ। ਇਸੇ ਤਰ੍ਹਾਂ ਚਿੜੀਆਂ ਕਬੂਤਰ ਕਾਂ ਵੱਖਰੀ ਵੱਖਰੀ ਨਸਲ ਦੇ ਨੇ। ਪਰਮਾਤਮਾ ਇਹਨਾਂ ਵਿੱਚੋਂ ਕਿਸੇ ਨਸਲ ਦਾ ਨਹੀਂ ਹੈ। ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਪੱਥਰ ਵਿੱਚੋਂ ਪੈਦਾ ਹੋਇਆ ਹੈ, ਉਹ ਰੁੱਖ ਵਿੱਚੋਂ ਪੈਦਾ ਹੋਇਆ ਹੈ, ਮਨੁੱਖਾਂ ਵਿੱਚੋਂ, ਪਸ਼ੂਆਂ ਵਿੱਚੋਂ, ਪੰਛੀਆਂ ਵਿੱਚੋਂ ਪੈਦਾ ਹੋਇਆ ਹੈ।
ਨਹੀਂ ਉਹ ਇਹਨਾਂ ਕਿਸੇ ਵਿੱਚੋਂ ਵੀ ਪੈਦਾ ਹੋਣ ਵਾਲਾ ਨਹੀਂ ਹੈ। ਇਸ ਕਰਕੇ ਪਰਮਾਤਮਾ ਦੇ ਵਿੱਚ ਇਹ ਵਿਜਾਤੀ ਭੇਦ ਵੀ ਨਹੀਂ ਹੈ। ਜਿਵੇਂ ਪੱਥਰ ਵੱਖਰਾ ਹੈ ਅਤੇ ਰੁੱਖ ਵੱਖਰਾ ਹੈ, ਪਰਮਾਤਮਾ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈ। ਨਾ ਉਹ ਪੱਥਰ ਹੈ, ਨਾ ਉਹ ਰੁੱਖ ਹੈ। ਅਤੇ ਤੀਜੇ ਨੰਬਰ 'ਤੇ ਵਿਦਵਾਨ ਕਹਿੰਦੇ ਨੇ ਸਵੈਗਤ ਭੇਦ। ਸਵੈਗਤ ਭੇਦ ਇਸ ਨੂੰ ਕਿਹਾ ਜਾਂਦਾ ਹੈ, ਜਿਵੇਂ ਗੁਰਮੁਖੋ ਰੁੱਖ ਲਾਇਆ ਕਿਸੇ ਨੇ, ਰੁੱਖ ਦੀਆਂ ਜੜ੍ਹਾਂ ਵੱਖਰੀਆਂ ਨੇ, ਤਣਾ ਵੱਖਰਾ ਦਿਖਾਈ ਦਿੰਦਾ ਹੈ, ਟਾਹਣੀਆਂ ਵੱਖਰੀਆਂ ਦਿਖਾਈ ਦਿੰਦੀਆਂ, ਫਲ ਅਤੇ ਫੁੱਲ ਵੱਖਰੇ ਵੱਖਰੇ ਦਿਖਾਈ ਦਿੰਦੇ। ਜੇ ਕੋਈ ਵਿਅਕਤੀ ਸਾਂਝੇ ਰੂਪ 'ਤੇ ਕਥਨ ਕਰੇ ਤਾਂ ਆਪਾਂ ਕਹਿ ਸਕਦੇ ਹਾਂ ਵੀ ਇਹ ਰੁੱਖ ਹੈ, ਪਰ ਜਦੋਂ ਰੁੱਖ ਦੇ ਨੇੜੇ ਜਾ ਕੇ ਵੇਖਾਂਗੇ ਉਹਦੀਆਂ ਟਾਹਣੀਆਂ ਵੱਖਰੀਆਂ ਦਿਖਾਈ ਦਿੰਦੀਆਂ, ਅਤੇ ਫਿਰ ਉਹ ਕਹਿਣ ਵਾਲਾ ਕਹੇਗਾ ਵੀ ਆਹ ਇਹਦੀ ਜੜ੍ਹ ਹੈ, ਆਹ ਇਹਦਾ ਤਣਾ ਹੈ, ਆਹ ਇਹਦੀਆਂ ਟਾਹਣੀਆਂ ਨੇ। ਪਰਮਾਤਮਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਫਰਕ ਨਹੀਂ ਹੈ। ਨਾ ਉਹ ਜੜ੍ਹ ਰੂਪ ਹੈ, ਨਾ ਉਹ ਤਣਾ ਰੂਪ ਹੈ, ਨਾ ਉਹ ਟਾਹਣੀਆਂ ਰੂਪ ਹੈ, ਨਾ ਹੀ ਉਹ ਫਲ ਫੁੱਲ ਰੂਪ ਹੈ। ਇਹਨਾਂ ਕਿਸੇ ਵੀ ਬੰਦਸ਼ਾਂ ਵਿੱਚ ਉਹ ਨਹੀਂ ਆਉਂਦਾ ਹੈ। ਜਾਂ ਆਪਾਂ ਮਨੁੱਖ ਦੀ ਗੱਲ ਕਰੀਏ, ਜੇ ਸਾਨੂੰ ਸਾਰੇ ਨੂੰ ਕੋਈ ਵੇਖੇ ਅਤੇ ਕਹਿ ਦਿੰਦਾ ਵੀ ਇਹ ਫਲਾਣੇ ਦਾ ਸਰੀਰ ਹੈ, ਪਰ ਸਾਡੇ ਸਰੀਰ ਦੇ ਵਿੱਚ ਵੀ ਗੁਰਮੁਖੋ ਭੇਦ ਨੇ। ਜਿਵੇਂ ਅੱਖਾਂ ਦਾ ਕੰਮ ਵੇਖਣਾ ਹੀ ਹੈ, ਅੱਖਾਂ ਕੇਵਲ ਵੇਖ ਹੀ ਸਕਦੀਆਂ। ਪੈਰਾਂ ਦਾ ਕੰਮ ਚੱਲਣਾ ਹੈ, ਕੇਵਲ ਪੈਰ ਚੱਲ ਹੀ ਸਕਦੇ ਨੇ। ਹੱਥਾਂ ਦਾ ਕੰਮ ਪ੍ਰਸ਼ਾਦਾ ਖਾਣਾ ਜਾਂ ਕੰਮ ਕਰਨਾ, ਹੱਥ ਕੇਵਲ ਇਹੋ ਕੁਝ ਹੀ ਕਰ ਸਕਦੇ। ਕੰਨਾਂ ਦਾ ਕੰਮ ਕੇਵਲ ਸੁਣਨਾ ਹੈ, ਜ਼ੁਬਾਨ ਦਾ ਕੰਮ ਕੇਵਲ ਬੋਲਣਾ ਹੈ। ਇਹ ਸਾਡੇ ਸਰੀਰ ਦੇ ਅੰਗ ਵੱਖਰੇ ਵੱਖਰੇ ਕੰਮ ਕਰਦੇ ਅਤੇ ਉਹਨਾਂ ਦੇ ਵੱਖਰੇ ਵੱਖਰੇ ਨਾਮ ਰੱਖ ਦਿੱਤੇ। ਪਰਮਾਤਮਾ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਅੰਗ ਪ੍ਰਤੰਗ ਨਹੀਂ ਹੈ। ਉਸ ਤਰ੍ਹਾਂ ਦੇ ਨਾ ਉਹਦੇ ਕੋਈ ਪੈਰ ਨੇ, ਨਾ ਉਹਦੇ ਕੋਈ ਹੱਥ ਨੇ, ਨਾ ਕੋਈ ਨੇਤਰ ਨੇ, ਨਾ ਕੋਈ ਕੰਨ ਹਨ। ਇਹਨਾਂ ਤੋਂ ਪਰੇ ਹੈ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਜੇ ਸਰਗੁਣ ਸਰੂਪ ਦੀ ਗੱਲ ਕਰੀਏ ਅਤੇ ਸਾਰੀਆਂ ਜਿੰਨੇ ਵੀ ਹੱਥ ਪੈਰ ਬਣੇ ਦੁਨੀਆ 'ਤੇ, ਅੱਖਾਂ ਬਣੀਆਂ, ਸਰੀਰ ਬਣੇ, ਪਰਮਾਤਮਾ ਸਾਰੇ ਹੀ ਤੇਰੇ। ਜੇ ਨਿਰਗੁਣ ਸਰੂਪ ਦੀ ਗੱਲ ਕਰੀਏ, ਕੋਈ ਤੇਰੀਆਂ ਅੱਖਾਂ ਨਹੀਂ, ਕੋਈ ਤੇਰੇ ਕੰਨ ਨਹੀਂ, ਕਿਉਂਕਿ ਸਰੀਰ ਤਾਂ ਹੈ ਹੀ ਨਹੀਂ। ਐਸਾ ਉਹ ਪਰਮਾਤਮਾ, ਉਹਨੂੰ ਕਿਹਾ ਜਾਂਦਾ ਹੈ ਇੱਕ ਓਅੰਕਾਰ। ਇਹ ਓਅੰਕਾਰ ਦੇ ਗੁਣ ਨੇ ਪਰਮਾਤਮਾ ਦੇ। ਜਿਵੇਂ ਸਾਡਾ ਇੱਕ ਇਲਾਕਾ ਹੈ ਗੁਰਮੁਖੋ, ਕੋਈ ਆਖਦਾ ਮੈਂ ਮਾਝੇ ਤੋਂ ਹਾਂ, ਕੋਈ ਆਖਦਾ ਮੈਂ ਮਾਲਵੇ ਤੋਂ ਹਾਂ, ਕੋਈ ਕਹਿੰਦਾ ਮੈਂ ਕਾਬਲ ਤੋਂ ਹਾਂ, ਕੋਈ ਕਹਿੰਦਾ ਕੰਧਾਰ ਤੋਂ ਹਾਂ, ਕੋਈ ਕਹਿੰਦਾ ਮੈਂ ਗੁਜਰਾਤੀ ਹਾਂ। ਸਾਡੇ ਵੱਖ-ਵੱਖ ਇਲਾਕੇ ਨੇ, ਉਹਨਾਂ ਇਲਾਕਿਆਂ ਵਿੱਚੋਂ ਅਸੀਂ ਪੈਦਾ ਹੋਏ। ਉਹਨਾਂ ਤੋਂ ਪੈਦਾ ਹੋਣ ਕਰਕੇ ਸਾਨੂੰ ਬੁਲਾਇਆ ਜਾਂਦਾ ਹੈ ਮਝੈਲ ਸਿੰਘ ਹੈ, ਇਹ ਮਲਵਈ ਸਿੰਘ ਹੈ। ਪਰਮਾਤਮਾ ਦਾ ਇਸ ਤਰ੍ਹਾਂ ਦਾ ਕੋਈ ਇਲਾਕਾ ਨਹੀਂ ਹੈ। ਕੋਈ ਇਹ ਨਹੀਂ ਕਹਿ ਸਕਦਾ ਵੀ ਪਰਮਾਤਮਾ ਮਲਵਈ ਹੈ, ਜਾਂ ਉਹ ਮਾਝੇ ਵਾਲਾ ਹੈ, ਜਾਂ ਉਹ ਗੁਜਰਾਤੀ ਹੈ, ਉਹ ਪਾਕਿਸਤਾਨੀ ਹੈ, ਉਹ ਕਾਬਲ ਦਾ ਰਹਿਣ ਵਾਲਾ ਹੈ। ਨਹੀਂ, ਇਹਨਾਂ ਸਾਰੀਆਂ ਗੱਲਾਂ ਤੋਂ ਵੀ ਉਹ ਪਰੇ ਹੈ। ਸੋ ਇਹਨਾਂ ਗੱਲਾਂ ਵਿੱਚ ਵੀ ਉਹ ਵੰਡਿਆ ਹੋਇਆ ਨਹੀਂ ਹੈ। ਐਸਾ ਉਹ ਪਰਮਾਤਮਾ ਸਮਰੱਥ ਹੈ, ਉਸ ਦਾ ਕੋਈ ਵੀ ਇਲਾਕਾ ਨਹੀਂ। ਤਾਂ ਉਸ ਨੂੰ ਕਿਹਾ ਜਾਂਦਾ ਹੈ ਇੱਕ ਓਅੰਕਾਰ, ਵੀ ਜਿਹਦੇ ਵਿੱਚ ਕੋਈ ਭੇਦ ਫਰਕ ਨਾ ਹੋਵੇ। ਉਹ ਹੈ ਪਰਮਾਤਮਾ ਜਿਹੜਾ ਸਾਰਿਆਂ ਦੇ ਵਿੱਚ ਆਇਆ ਹੈ। ਨਾ ਉਹਦਾ ਕੋਈ ਦੇਸ਼ ਹੈ ਵੀ ਉਹ ਅਮਰੀਕਾ ਦੇ ਰਹਿਣ ਵਾਲਾ ਹੈ, ਉਹ ਭਾਰਤ ਦੇ ਰਹਿਣ ਵਾਲਾ ਹੈ। ਨਹੀਂ, ਉਹ ਸਾਰਿਆਂ ਥਾਵਾਂ ਦੀ ਰਹਿਣ ਵਾਲਾ ਹੈ। ਉਹਨੂੰ ਦੇਸ਼ ਕਾਲ ਦੇ ਅੰਦਰ ਵੰਡਿਆ ਨਹੀਂ ਜਾ ਸਕਦਾ ਹੈ। ਇਸੇ ਤਰ੍ਹਾਂ ਗੁਰਮੁਖੋ ਸਾਡਾ ਇੱਕ ਸਮਾਂ ਹੈ, ਇੰਨੀ ਤਰੀਕ ਨੂੰ ਸਾਡਾ ਜਨਮ ਹੋਇਆ, ਹੁਣ ਸਾਡੀ ਇੰਨੀ ਉਮਰਾਂ ਹੋ ਗਈ ਹੈ, ਅੱਗੇ ਇੱਕ ਸਮਾਂ ਆਵੇਗਾ ਮੌਤ ਵੀ ਹੋ ਜਾਣੀ ਹੈ। ਪਰਮਾਤਮਾ ਐਸੇ ਸਮੇਂ ਦੇ ਵਿੱਚ ਵੀ ਨਹੀਂ ਹੈ। ਕੋਈ ਇਹ ਨਹੀਂ ਕਹਿ ਸਕਦਾ ਵੀ ਪਰਮਾਤਮਾ ਦਾ ਇੰਨੇ ਸਾਲ ਪਹਿਲਾਂ ਜਨਮ ਹੋਇਆ, ਜਾਂ ਉਹਨੂੰ ਪਰਮਾਤਮਾ ਜਵਾਨ ਹੋ ਗਿਆ, ਜਾਂ ਰੱਬ ਹੁਣ ਬੁੱਢਾ ਹੋ ਗਿਆ, ਜਾਂ ਕੱਲ੍ਹ ਨੂੰ ਰੱਬ ਦੀ ਮੌਤ ਹੋ ਜਾਣੀ ਹੈ। ਨਹੀਂ, ਇਹਨਾਂ ਸਮਿਆਂ ਦੇ ਵਿੱਚ ਵੀ ਨਹੀਂ ਹੈ। ਉਹ ਮੌਤ ਤੋਂ, ਸਮੇਂ ਤੋਂ ਪਰੇ ਹੈ। ਇਸ ਕਰਕੇ ਉਹਨੂੰ ਕਿਹਾ ਜਾਂਦਾ ਹੈ ਓਅੰਕਾਰ। ਇਹ ਓਅੰਕਾਰ ਦੇ ਅਰਥ ਕੀਤੇ ਵਿਦਵਾਨਾਂ ਨੇ ਵੱਖਰੇ ਵੱਖਰੇ, ਕਿ ਆਪਾਂ ਸਾਂਝੇ ਰੂਪ ਦੇ ਵਿੱਚ ਇਹ ਬਚਨ ਕਹਿ ਦਿੰਦੇ ਹਾਂ ਵੀ ਉਹ ਪਰਮਾਤਮਾ ਇੱਕ ਓਅੰਕਾਰ ਹੈ। ਪਰ ਓਅੰਕਾਰ ਉਸ ਨੂੰ ਤਾਂ ਕਹੀਦਾ ਹੈ, ਉਹਦੇ ਵਿੱਚ ਇਹ ਸਾਰੇ ਗੁਣ ਨੇ ਜਿੰਨੇ ਆਪਾਂ ਸਰਵਣ ਕਰਦੇ ਪਏ। ਨਾ ਉਹ ਕਿਸੇ ਜਾਤ ਵਿੱਚ ਹੈ,
ਨਾ ਕਿਸੇ ਦੇਸ਼ ਵਿੱਚ ਹੈ, ਨਾ ਹੀ ਕਿਸੇ ਸਰੀਰ ਦੇ ਅੰਗ ਵਿੱਚ ਬੱਧਾ ਹੋਇਆ ਹੈ, ਨਾ ਹੀ ਉਹ ਸਮੇਂ ਵਿੱਚ ਬੱਧਾ ਹੈ, ਨਾ ਹੀ ਉਹ ਪੱਤਿਆਂ ਟਾਹਣੀਆਂ ਵਾਂਗ ਵੱਖਰਾ ਦਿਸਦਾ ਹੈ, ਨਾ ਹੀ ਉਹ ਰੁੱਖਾਂ ਤੇ ਪੱਥਰਾਂ ਵਾਂਗ ਵੱਖਰਾ ਦਿਸਦਾ ਹੈ। ਇਹ ਸਾਰੇ ਉਹਦੇ ਵਿੱਚ ਗੁਣ ਨਹੀਂ ਹਨ, ਇਹਨਾਂ ਤੋਂ ਪਰੇ ਹੈ। ਤਾਂ ਕਰਕੇ ਉਸ ਨੂੰ ਆਖਿਆ ਜਾਂਦਾ ਹੈ ਇੱਕ ਓਅੰਕਾਰ। ਐਸਾ ਉਸ ਪਰਮਾਤਮਾ ਦਾ ਵਰਣਨ ਜੋ ਹੈ ਉਹ ਗੁਰੂ ਨਾਨਕ ਸਾਹਿਬ ਜੀ ਕਰਦੇ ਪਏ। ਕਹਿੰਦੇ ਉਹ ਪਰਮਾਤਮਾ ਭਾਈ ਇੱਕ ਹੈ, ਓਅੰਕਾਰ ਸਾਰਿਆਂ ਦੇ ਪ੍ਰਕਾਸ਼ ਕਰਨ ਵਾਲਾ ਹੈ। ਐਸਾ ਉਹ ਸਮਰੱਥ ਪਰਮਾਤਮਾ ਹੈ। ਸਤਨਾਮ। ਉਹਦਾ ਨਾਮ ਜਿਹੜਾ ਹੈ ਗੁਰਮੁਖੋ ਉਹ ਸਦਾ ਹੀ ਸੱਚਾ ਹੈ। ਉਹਦਾ ਨਾਮ ਕਦੇ ਮਿਟਦਾ ਨਹੀਂ ਹੈ। ਸਾਡੇ ਨਾਮ 'ਤੇ ਕੁਝ ਸਮੇਂ ਵਾਸਤੇ ਮੁੜ ਕੇ ਸਾਬਕਾ ਹੋ ਜਾਈਦਾ ਹੈ, ਫਲਾਣਾ ਸਾਬਕਾ ਜਥੇਦਾਰ ਹੈ, ਇਹ ਸਾਬਕਾ ਸਰਪੰਚ ਹੈ। ਕੁਝ ਸਮੇਂ ਬਾਅਦ ਹੋ ਜਾਏਗਾ ਇਹ ਸਵਰਗਵਾਸੀ ਹੈ। ਨਾਮ ਮਿਟ ਗਿਆ, ਪਹਿਲਾਂ ਸਾਬਕਾ ਬਣਿਆ, ਫਿਰ ਸਵਰਗਵਾਸੀ ਹੋ ਗਿਆ। ਫਿਰ ਬਾਅਦ ਵਿੱਚ ਸਵਰਗਵਾਸੀ ਨੂੰ ਵੀ ਕੋਈ ਨਹੀਂ ਚੇਤੇ ਕਰਦਾ ਕੌਣ ਸੀਗਾ। ਕਾਗਜ਼ਾਂ 'ਚ ਭਾਵੇਂ ਕਿਤੇ ਕੋਈ ਨਾਂ ਲਿਖਿਆ ਲੱਭ ਜਾਵੇ, ਨਹੀਂ ਤੇ ਦੁਨੀਆ ਭੁੱਲ ਜਾਂਦੀ ਹੈ। ਪਰਮਾਤਮਾ ਦਾ ਨਾਮ ਸਦਾ ਹੀ ਸੱਚਾ ਹੈ। ਨਾ ਉਹ ਕਦੇ ਸਾਬਕਾ ਬਣਦਾ ਹੈ, ਨਾ ਕਦੇ ਉਹ ਸਵਰਗਵਾਸੀ ਬਣਦਾ ਹੈ। ਉਹਦਾ ਨਾਮ ਸੱਚਾ ਹੈ। ਸਤਨਾਮ, ਸਤਨਾਮ ਤੋਂ ਭਾਵ ਸਦਾ ਹੀ ਜਿਸ ਦਾ ਨਾਮ ਰਵੇ ਉਸ ਨੂੰ ਸਤਨਾਮ ਆਖਿਆ ਹੈ। ਕਰਤਾ ਪੁਰਖ, ਉਹ ਪਰਮਾਤਮਾ ਫਿਰ ਕਰਤਾ ਕਹੀਏ ਬਣਾਉਣ ਵਾਲਾ, ਦੁਨੀਆ ਬਣਾਉਂਦਾ ਹੈ। ਸਾਰੀ ਦੁਨੀਆ ਨੂੰ ਉਸਨੇ ਘੜਿਆ। ਕੇਤੇ ਬਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ। ਹਿੰਦੂ ਮਤ ਵਾਲੇ ਇਹ ਗੱਲ ਕਹਿੰਦੇ ਨੇ ਬਰਮਾ ਨੇ ਦੁਨੀਆ ਨੂੰ ਬਣਾਇਆ ਹੈ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਇੱਕ ਬਰਮਾ ਨੇ ਨਹੀਂ, ਪਰਮਾਤਮਾ ਨੇ ਪਤਾ ਨਹੀਂ ਕਿੰਨੇ ਕੁ ਬਰਮੇ ਦੁਨੀਆ ਸਾਜਣ ਵਾਸਤੇ ਲਾਏ। ਕੋਟ ਬ੍ਰਹਮੇ ਜਗ ਸਾਜਣ ਲਾਏ। ਕਰੋੜਾਂ ਹੀ ਬ੍ਰਹਮਾ ਦੇਵ ਜਿਹੜੇ ਦੇਵਤੇ ਨੇ ਉਹ ਦੁਨੀਆ ਸਜਾਉਣ ਵਾਸਤੇ ਬਣਾਉਣ ਵਾਸਤੇ ਲੱਗੇ ਹੋਏ। ਜਿਵੇਂ ਗੁਰਮੁਖੋ ਮਿਸਤਰੀ ਘਰ ਬਣਾਉਂਦਾ ਵੀ ਤੇ ਇੱਕ ਬਰਮਾ ਹੀ ਹੈ ਨਾ, ਘਰ ਸੋਹਣਾ ਬਣਾਇਆ। ਕੋਈ ਦਰਵਾਜ਼ਾ ਬਣਾਉਂਦਾ ਪਿਆ, ਕੋਈ ਇਸੇ ਤਰ੍ਹਾਂ ਹੋਰ ਖਾਣ ਪੀਣ ਦੀਆਂ ਵਸਤੂਆਂ ਬਣਾਉਂਦਾ ਪਿਆ। ਇਹ ਸਾਰੇ ਸ੍ਰਿਸ਼ਟੀ ਨੂੰ ਸਵਾਰਨ ਵਾਸਤੇ ਲੱਗੇ ਹੋਏ। ਸੋ ਇਹਨਾਂ ਸਾਰਿਆਂ ਨੂੰ ਕਰਨ ਵਾਲਾ ਉਹ ਆਪ ਹੀ ਹੈ। ਤਾਂ ਉਹਨੂੰ ਕਿਹਾ ਜਾਂਦਾ ਕਰਤਾ। ਕਰਤਾ ਤੋਂ ਭਾਵ ਬਣਾਉਣ ਵਾਲਾ। ਜਿਵੇਂ ਕਿ ਮਿਹਾਰ ਘੜਾ ਬਣਾਉਂਦਾ ਹੈ, ਸੁਨਿਆਰਾ ਗਹਿਣਾ ਬਣਾਉਂਦਾ ਹੈ, ਐਸੇ ਤਰ੍ਹਾਂ ਪਰਮਾਤਮਾ ਸ੍ਰਿਸ਼ਟੀ ਨੂੰ ਬਣਾਉਂਦਾ ਹੈ। ਪਰ ਫਰਕ ਇਹ ਹੈ ਕਿ ਇੱਕ ਮਿਹਾਰ ਨੇ ਘੜਾ ਬਣਾ ਲਿਆ ਹੈ ਪਰ ਉਹਦੇ ਵਿੱਚ ਵੜ ਕੇ ਨਹੀਂ ਬੈਠ ਸਕਦਾ। ਸੁਨਿਆਰ ਗਹਿਣਾ ਬਣਾਉਂਦਾ ਹੈ, ਉਹ ਗਹਿਣੇ ਦੇ ਵਿੱਚ ਨਹੀਂ ਵੜਦਾ। ਗਹਿਣਾ ਭਾਵੇਂ ਟੁੱਟ ਜਾਵੇ, ਕੋਈ ਚੋਰ ਲੈ ਜਾਵੇ, ਸੁਨਿਆਰੇ ਨੂੰ ਕੋਈ ਫਰਕ ਨਹੀਂ ਹੈ। ਪਰਮਾਤਮਾ ਜਿਹੜੇ ਸਰੀਰਾਂ ਰੂਪੀ ਗਹਿਣੇ ਬਣਾਉਂਦਾ ਹੈ ਇਹਨਾਂ ਦੇ ਵਿੱਚ ਵੀ ਵੜ ਕੇ ਬੈਠਦਾ ਹੈ। ਫਿਰ ਇਹਨਾਂ ਦੇ ਦੁੱਖ ਤੇ ਸੁੱਖ ਵੀ ਉਹ ਵੇਖਦਾ ਹੈ। ਕਿਹੜੇ ਸਰੀਰ ਨੂੰ ਦੁੱਖ ਹੈ, ਕਿਹਨੂੰ ਸੁੱਖ ਹੈ, ਸਾਰਿਆਂ ਸਰੀਰਾਂ ਦੀ ਜਾਣਕਾਰੀ ਉਹਨੂੰ ਪਰਮਾਤਮਾ ਨੂੰ ਹੈ। ਐਸਾ ਉਹ ਪਰਮਾਤਮਾ ਕਰਤਾ ਹੈ ਕਿ ਇਹ ਦੁਨੀਆ ਬਣਾਉਣ ਵਾਲਾ ਹੈ। ਕਰਤਾ ਪੁਰਖ, ਉਹ ਪਰਮਾਤਮਾ ਫਿਰ ਪੁਰਖ ਸਰੂਪ ਹੈ, ਮਰਦ ਸਰੂਪ ਹੈ ਪਰਮਾਤਮਾ। ਸੋ ਜਿਸ ਨੇ ਸਾਰੀ ਦੁਨੀਆ ਬਣਾਈ ਹੈ। ਵਿਦਵਾਨਾਂ ਦਾ ਕਥਨ ਹੈ ਕਿ ਜਦੋਂ ਪਾਪੀ ਲੋਕ ਪਾਪ ਕਰਦੇ ਨੇ ਉਹਨਾਂ ਨੂੰ ਵੱਖ-ਵੱਖ ਨਰਕਾਂ ਦੇ ਵਿੱਚ ਪਾਇਆ ਜਾਂਦਾ ਹੈ। ਅਤੇ ਉਹਨਾਂ ਨਰਕਾਂ ਦੀ ਗਿਣਤੀ ਜਿਹੜੀ ਹੈ ਹਿੰਦੂ ਧਾਰਮਿਕ ਗ੍ਰੰਥਾਂ ਵਿੱਚ 18 ਲਿਖੀ ਹੈ ਵੀ 18 ਤਰ੍ਹਾਂ ਦੇ ਵੱਖਰੇ ਵੱਖਰੇ ਨਰਕ ਨੇ। ਜਿਵੇਂ ਕੋਈ ਵਿਅਕਤੀ ਇਸ ਸੰਸਾਰ ਦੇ ਵਿੱਚ ਕੋਈ ਮਾੜਾ ਕੰਮ ਕਰੇ ਅਤੇ ਵੱਖਰੀਆਂ ਵੱਖਰੀਆਂ ਜੇਲ੍ਹਾਂ ਨੇ। ਇਹ ਉਮਰ ਕੈਦ ਵਾਲਿਆਂ ਦੀ ਹੈ। ਇਹ ਜਿਹਨੇ ਕੋਈ ਛੋਟਾ ਮੋਟੀ ਗਲਤੀ ਕੀਤੀ ਉਹਦੇ ਵਾਸਤੇ ਹੈ। ਇਹ ਫਾਂਸੀ ਵਾਲਿਆਂ ਦੀਆਂ ਵੱਖਰੀਆਂ ਵੱਖਰੀਆਂ ਬੈਰਕਾਂ ਬਣੀਆਂ ਹੋਈਆਂ। ਇਹ ਕਾਲ ਕੋਠੜੀ ਹੈ। ਜਿਵੇਂ ਦਾ ਕੋਈ ਕੰਮ ਕਰਦਾ ਉਵੇਂ ਦੀ ਸਜ਼ਾ ਮਿਲਦੀ ਹੈ। ਪਰਮਾਤਮਾ ਨੇ ਕਹਿਣ ਲੱਗੇ 18 ਤਰ੍ਹਾਂ ਦੇ ਨਰਕ, ਜਿਹਦਾ ਨਾਮ ਹੈ ਇਹ ਰੁਰੂ ਨਰਕ ਹੈ, ਇਹ ਸਵਾਨਮੁਖ ਨਾਮੇ ਨਰਕ ਹੈ, ਇਹ ਕੁੰਭੀ ਨਰਕ ਹੈ। ਇਸ ਤਰ੍ਹਾਂ ਉਹਨਾਂ ਨਰਕਾਂ ਦੇ ਨਾਮ ਨੇ। ਉਹਦੇ ਵਿੱਚੋਂ ਇੱਕ ਪੂ ਨਾਮ ਦਾ ਨਰਕ ਹੈ ਜਿਹਦੇ ਵਿੱਚ ਬੜੀ ਭਾਰੀ ਸਜ਼ਾ ਮਿਲਦੀ ਹੈ। ਕਹਿਣ ਲੱਗੇ ਉਹ ਪੂ ਜਿਹੜਾ ਨਾਮ ਦਾ ਨਰਕ ਹੈ ਉਹਦੇ ਵਿੱਚ ਉਹ ਪਰਮਾਤਮਾ ਰੱਖ ਕਹੀਏ ਰੱਖਿਆ ਕਰਨ ਵਾਲਾ ਹੈ। ਤਾਂ ਉਸ ਨੂੰ ਪੁਰਖ ਆਖਿਆ ਜਾਂਦਾ ਹੈ ਵੀ ਉਹ ਨਰਕਾਂ ਤੋਂ ਰੱਖਿਆ ਕਰ ਲੈਂਦਾ ਹੈ। ਨਿਰਭਉ, ਅਤੇ ਉਹ ਪਰਮਾਤਮਾ ਫਿਰ ਗੁਰਮੁਖੋਂ ਨਿਰਭਉ ਨੂੰ ਡਰ ਕਿਸੇ ਦਾ ਨਹੀਂ ਹੈ। ਭਾਵੇਂ ਅਸੀਂ ਮਨੁੱਖ ਹਾਂ, ਸਾਨੂੰ ਵੀ ਡਰ ਹੈ। ਕਿਸੇ ਨੂੰ ਰਾਜੇ ਦਾ ਡਰ ਹੈ, ਕਿਸੇ ਨੂੰ ਕਾਨੂੰਨ ਦਾ ਡਰ ਹੈ, ਕਿਸੇ ਨੂੰ ਮਾਤਾ ਪਿਤਾ ਦਾ ਡਰ ਹੈ,
ਕਿਸੇ ਨੂੰ ਬਿਮਾਰੀ ਦਾ ਡਰ ਹੈ, ਕਿਸੇ ਨੂੰ ਮੌਤ ਦਾ ਡਰ ਹੈ, ਕਿਸੇ ਨੂੰ ਜਮਾਂ ਦਾ ਡਰ ਹੈ। ਇਹ ਡਰ ਸਾਨੂੰ ਬਣੇ ਹੋਏ। ਪਰਮਾਤਮਾ ਨਿਰਭਉ, ਉਹਨੂੰ ਡਰ ਨਹੀਂ ਕਿਸੇ ਦਾ, ਨਾ ਉਹ ਬਿਮਾਰ ਹੁੰਦਾ, ਨਾ ਕੋਈ ਮੌਤ ਦਾ ਡਰ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ, ਇਸ ਕਰਕੇ ਉਸ ਨੂੰ ਨਿਰਭਉ ਆਖਿਆ ਹੈ। ਨਿਰਵੈਰ, ਫਿਰ ਉਹ ਪ੍ਰਮਾਤਮਾ ਨਿਰਵੈਰ ਹੈ। ਸਾਡਾ ਵੈਰ ਕਿਸੇ ਨਾ ਕਿਸੇ ਨਾਲ, ਕਿਸੇ ਨਾ ਕਿਸੇ ਗੱਲੋਂ ਹੋ ਜਾਂਦਾ ਹੈ। ਇਹ ਮੇਰੇ ਬਰਾਬਰ ਕਿਉਂ ਹੈ, ਇਹਨੂੰ ਮੇਰੇ ਨਾਲੋਂ ਵੱਧ ਸਨਮਾਨ ਕਿਉਂ ਮਿਲਿਆ ਹੈ, ਇਹ ਮੈਨੂੰ ਸਨਮਾਨ ਕਿਉਂ ਨਹੀਂ ਦਿੰਦਾ ਹੈ। ਇਹ ਦੁਨੀਆ ਦੇ ਲੋਕਾਂ ਦਾ ਵੈਰ ਪੈ ਜਾਂਦਾ ਹੈ। ਪਸ਼ੂ ਵੀ ਆਪਸ ਵਿੱਚ ਲੜਦੇ, ਪੰਛੀ ਵੀ ਆਪਸ ਵਿੱਚ ਲੜਦੇ। ਇਹ ਜੀਵ ਜੰਤੂਆਂ ਦਾ ਵੈਰ ਹੈ ਇੱਕ ਦੂਜੇ ਨਾਲ। ਕੋਈ ਜਾਨਵਰ ਪਸ਼ੂ ਐਸੇ ਨੇ, ਜਿਵੇਂ ਊਠ ਹੈ ਜਾਂ ਜਿਵੇਂ ਝੋਟੇ ਨੇ, ਸਾਰੀ ਉਮਰ ਆਪਣਾ ਵੈਰ ਨਹੀਂ ਛੱਡਦੇ, ਵੈਰ ਯਾਦ ਰੱਖਦੇ, ਅਤੇ ਜਦੋਂ ਸਮਾਂ ਆਉਂਦਾ ਇੱਕ ਦੂਜੇ ਨਾਲ ਲੜਾਈ ਕਰਦੇ। ਐਸੇ ਤਰ੍ਹਾਂ ਇਹ ਸਾਰੀ ਦੁਨੀਆ ਵੈਰ ਦੇ ਵਿੱਚ ਹੈ। ਪਰਮਾਤਮਾ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਮੈਨੂੰ ਬੜਾ ਦੁੱਖ ਆਉਂਦਾ ਹੈ, ਮੈਂ ਹਰ ਵੇਲੇ ਦੁਖੀ ਰਹਿੰਦਾ ਹਾਂ, ਮੇਰਾ ਕਦੇ ਕੋਈ ਕੰਮ ਬਣਿਆ ਹੀ ਨਹੀਂ ਹੈ। ਪਰਮਾਤਮਾ ਤਾਂ ਮੇਰਾ ਵੈਰੀ ਬਣ ਗਿਆ ਹੈ, ਰੱਬ ਤੇ ਹੱਥ ਧੋ ਕੇ ਮੇਰੇ ਪਿੱਛੇ ਹੀ ਪੈ ਗਿਆ ਹੈ, ਰੱਬ ਨੇ ਤਾਂ ਮੈਨੂੰ ਦੁੱਖ ਹੀ ਦਿੱਤਾ ਹੋਇਆ ਹੈ। ਇਹ ਸਾਡੇ ਕਹਿਣ ਮਾਤਰ ਦੀਆਂ ਗੱਲਾਂ ਨੇ। ਪਰਮਾਤਮਾ ਕਿਸੇ ਨਾਲ ਵੈਰ ਕਰਦਾ ਨਹੀਂ ਹੈ, ਉਹ ਨਿਰਵੈਰ ਹੈ। ਜੇ ਤੈਨੂੰ ਕੋਈ ਦੁੱਖ ਸੁੱਖ ਆਇਆ, ਉਹ ਤੇਰੇ ਕਰਮਾਂ ਦੀ ਨਿਸ਼ਾਨੀ ਹੈ, ਉਸ ਨੂੰ ਨਿਰਵੈਰ ਕਿਹਾ ਹੈ। ਅਕਾਲ ਮੂਰਤ, ਉਸ ਪਰਮਾਤਮਾ ਦੀ ਜਿਹੜੀ ਮੂਰਤੀ ਹੈ, ਸਰੂਪ ਹੈ ਜਿਹੜਾ, ਉਹ ਅਕਾਲ ਸਮੇਂ ਦੇ ਵਿੱਚ ਨਹੀਂ ਹੈ। ਸਾਡਾ ਇੱਕ ਸਮਾਂ ਹੈ ਜਨਮ ਲੈਣ ਦਾ। ਬੱਚੇ ਦਾ ਜਨਮ ਹੋਇਆ ਨਹੀਂ, ਪਰ ਡਾਕਟਰ ਨੇ ਪਹਿਲਾਂ ਦੱਸ ਦਿੱਤਾ ਵੀ ਇੰਨੇ ਦਿਨਾਂ ਨੂੰ ਇਸ ਦਾ ਜਨਮ ਹੋਵੇਗਾ। ਸਾਡਾ ਇੱਕ ਜਨਮ ਲੈਣ ਦਾ ਵੀ ਸਮਾਂ ਹੈ, ਫਿਰ ਇੱਕ ਜਵਾਨੀ ਦਾ ਸਮਾਂ ਹੈ, ਬੁਢੇਪੇ ਦਾ ਵੀ ਇੱਕ ਸਮਾਂ ਹੈ, ਫਿਰ ਮੌਤ ਦਾ ਵੀ ਇੱਕ ਸਮਾਂ ਆ ਜਾਣਾ ਹੈ। ਪਰਮਾਤਮਾ ਹੈ ਅਕਾਲ ਮੂਰਤ, ਉਹਦੇ ਉੱਪਰ ਕੋਈ ਸਮਾਂ ਲਾਗੂ ਨਹੀਂ ਹੁੰਦਾ ਹੈ, ਉਹਦੀ ਮੂਰਤੀ ਸਮੇਂ ਦੇ ਵਿੱਚ ਨਹੀਂ ਬੱਧੀ ਹੋਈ ਹੈ। ਅਜੂਨੀ ਸੈਭੰ, ਉਹ ਪਰਮਾਤਮਾ ਅਜੂਨੀ ਜਨਮਾਂ ਵਿੱਚ ਨਹੀਂ ਹੈ। ਜਿਵੇਂ ਅਸੀਂ ਜਨਮਾਂ ਵਿੱਚ ਆਏ ਹਾਂ, ਕੌਡੇ ਰਾਖਸ਼ ਨੂੰ ਸਰਾਪ ਮਿਲਿਆ ਨਾ ਕਿ ਜਦੋਂ ਕਿਤੇ ਭੋਜਨ ਪ੍ਰਸ਼ਾਦਾ ਬਣਾਇਆ, ਮਨ ਕੀਤਾ ਭੁੱਖ ਲੱਗੀ ਹੈ, ਪਹਿਲਾਂ ਮੈਂ ਹੀ ਨਾ ਛਕ ਲਵਾਂ, ਅਤੇ ਉਸ ਵੇਲੇ ਭੋਗ ਲਵਾਉਣ ਤੋਂ ਪਹਿਲਾਂ ਹੀ ਪ੍ਰਸ਼ਾਦਾ ਭੋਜਨ ਛਕ ਲਿਆ। ਜਦੋਂ ਜਨਕ ਜੀ ਨੂੰ ਪਤਾ ਲੱਗਿਆ ਵੀ ਭੋਜਨ ਬਣਾ ਕੇ ਇਹਨੇ ਆਪੇ ਹੀ ਖਾ ਲਿਆ ਹੈ, ਪਹਿਲਾਂ ਕੋਈ ਭੋਗ ਨਹੀਂ ਲਾਇਆ, ਕੋਈ ਸਾਧੂਆਂ ਨੂੰ ਨਹੀਂ ਛਕਾਇਆ, ਉਹਨਾਂ ਨੇ ਫਿਰ ਸ਼ਰਾਪ ਦੇ ਦਿੱਤਾ। ਕਹਿਣ ਲੱਗੇ ਜਾ ਜਾ ਕੇ ਰਾਖਸ਼ ਬਣ, ਤੇਰੀ ਭੁੱਖ ਮਿਟੇ ਹੀ ਨਾ, ਤੂੰ ਇਸ ਤਰ੍ਹਾਂ ਪਦਾਰਥ ਹੀ ਖਾਂਦਾ ਰਵੇਂ, ਵਸਤੂਆਂ ਖਾਂਦਾ ਰਵੇਂ। ਉਸ ਵੇਲੇ ਚਰਨਾਂ 'ਤੇ ਢਹਿ ਕੇ ਮਾਫੀ ਮੰਗੀ ਹੈ। ਕਹਿਣ ਲੱਗਾ ਜੀ ਮਾਫ ਕਰ ਦਿਓ, ਪਰ ਮੇਰੇ ਸ਼ਰਾਪ ਦਾ ਅੰਤ ਵੀ ਦੱਸ ਦਿਓ। ਅਤੇ ਉਸ ਵੇਲੇ ਦੱਸਿਆ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਆਉਣਗੇ, ਉਹਨਾਂ ਨਾਲ ਤੇਰਾ ਮੇਲ ਹੋਵੇਗਾ, ਉਹ ਤੈਨੂੰ ਇਹ ਸ਼ਰਾਪ ਤੋਂ ਮੁਕਤ ਕਰ ਦੇਣਗੇ। ਫਿਰ ਇਹ ਕਹਿਣ ਲੱਗਾ ਜੀ ਮੈਨੂੰ ਕਿਵੇਂ ਪਤਾ ਲੱਗੇ ਵੀ ਇਹ ਗੁਰੂ ਨਾਨਕ ਸਾਹਿਬ ਨੇ, ਪਤਾ ਕਿਵੇਂ ਲੱਗੇਗਾ। ਉਸ ਵੇਲੇ ਇੱਕ ਸੀਸਾ ਇਸ ਨੂੰ ਪ੍ਰਾਪਤ ਹੋਇਆ, ਅਤੇ ਸੀਸਾ ਦੇ ਕੇ ਉਹਨਾਂ ਨੇ ਆਖਿਆ, ਕਹਿਣ ਲੱਗੇ ਇਹਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦਾ ਤੂੰ ਸਰੂਪ ਵੇਖੇਂਗਾ ਤੇ ਤੈਨੂੰ ਕੇਵਲ ਗੁਰੂ ਨਾਨਕ ਸਾਹਿਬ ਹੀ ਦਿਖਾਈ ਦੇਣਗੇ, ਉਹਨਾਂ ਦੇ ਪਿਛਲੇ ਕਿਸੇ ਜਨਮ ਦੀ ਫੋਟੋ ਦਿਖਾਈ ਨਹੀਂ ਦੇਵੇਗੀ। ਗੁਰੂ ਨਾਨਕ ਸਾਹਿਬ ਤੋਂ ਬਿਨਾਂ ਜੇ ਕਿਸੇ ਵਿਅਕਤੀ ਦੇ ਵਾਲੇ ਸੀਸਾ ਕਰਕੇ ਵੇਖੇਂਗਾ ਤੇ ਪਿੱਛੇ ਜਿਹੜੇ ਉਹਨੇ ਜਨਮ ਲਏ ਹੋਣਗੇ, ਉਹਨਾਂ ਜਨਮਾਂ ਦੀ ਫੋਟੋ ਉਹਦੇ ਵਿੱਚ ਦਿਸ ਪਵੇਗੀ। ਪਰ ਗੁਰੂ ਨਾਨਕ ਸਾਹਿਬ ਦਾ ਸਰੂਪ ਕੇਵਲ ਉਹਨਾਂ ਦਾ ਹੀ ਦਿਸੇਗਾ, ਕਿਉਂਕਿ ਉਹ ਜਨਮਾਂ ਵਿੱਚ ਹੈ ਹੀ ਨਹੀਂ, ਉਹ ਜਨਮ ਤੋਂ ਰਹਿਤ ਨੇ। ਉਸ ਵੇਲੇ ਗੁਰੂ ਨਾਨਕ ਸਾਹਿਬ ਜਦੋਂ ਕੌਡੇ ਰਾਖਸ਼ ਨੂੰ ਮਿਲੇ, ਤੇਲ ਦੇ ਕੜਾਏ ਠੰਡੇ ਹੋ ਗਏ, ਛੇਤੀ ਨਾਲ ਸੀਸਾ ਚੁੱਕ ਕੇ ਲਿਆਇਆ ਮਹਾਰਾਜ ਦਾ ਸਰੂਪ ਵੇਖਣ ਵਾਸਤੇ। ਸੀਸੇ ਵਿੱਚ ਉਹੀ ਸਰੂਪ ਗੁਰੂ ਨਾਨਕ ਸਾਹਿਬ ਦਾ ਦਿਖਾਈ ਦਿੰਦਾ ਪਿਆ। ਜਾਣ ਗਿਆ ਵੀ ਇਹ ਜਨਮਾਂ ਵਿੱਚ ਨਹੀਂ, ਇਹ ਮੈਨੂੰ ਮੁਕਤ ਕਰਨ ਆਏ ਨੇ। ਐਸਾ ਉਹ ਪਰਮਾਤਮਾ ਜਨਮਾਂ ਵਿੱਚ ਨਹੀਂ ਆਉਂਦਾ, ਅਜੂਨੀ ਹੈ, ਜਨਮਾਂ ਤੋਂ ਪਰੇ ਹੈ। ਉਹਦੇ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਜਨਮਾਂ ਵਿੱਚ ਆਉਂਦੀ ਹੈ। ਇੱਕ ਪਰਮਾਤਮਾ ਹੈ ਜਿਹੜਾ ਜੰਮਣ ਮਰਨ ਵਿੱਚ ਨਹੀਂ ਆਉਂਦਾ ਹੈ। ਸੈ ਭੰਗ, ਫਿਰ ਉਹ ਪਰਮਾਤਮਾ ਸੈ ਭੰਗ ਤੋਂ ਭਾਵ ਇਹ ਹੈ ਆਪਣੇ ਆਪ ਤੋਂ ਹੀ ਪ੍ਰਕਾਸ਼ ਹੈ, ਉਹਨੂੰ ਕੋਈ ਪ੍ਰਕਾਸ਼ ਕਰਨ ਵਾਲਾ ਨਹੀਂ। ਗੁਰਮੁਖੋ ਸਾਡਾ ਵੀ ਇੱਕ ਜਿਹੜਾ ਸਰੀਰ ਹੈ ਨਾ, ਇਹ ਪਰਮਾਤਮਾ ਦੀ ਹੋਂਦ ਕਰਕੇ ਇਹ ਪ੍ਰਕਾਸ਼ ਹੋਇਆ ਬਣਿਆ ਹੈ।
ਫਿਰ ਇਹ ਸਾਡਾ ਸਰੀਰ ਚੱਲਦਾ। ਸਾਡੇ ਤ੍ਰੈ ਮਨ ਦਿਉਰੀ ਚੱਲੈ ਪਾਣੀ ਅੰਨ। ਜੇ ਪ੍ਰਸ਼ਾਦਾ ਸਾਨੂੰ ਮਿਲਦਾ ਰਵੇ, ਖੁਰਾਕ ਮਿਲਦੀ ਰਵੇ, ਤੇ ਫਿਰ ਇਹ ਸਾਡਾ ਸਰੀਰ ਚੱਲਦਾ। ਆਸਰੇ 'ਤੇ ਹੈ ਨਾ। ਜੇ ਅਸੀਂ ਅੱਜ ਪ੍ਰਸ਼ਾਦਾ ਛੱਡ ਦਈਏ, ਚਾਹ ਪਾਣੀ ਪੀਣਾ ਛੱਡ ਦਈਏ, ਨਾ ਪਾਣੀ ਪੀਏ ਨਾ ਪ੍ਰਸ਼ਾਦਾ ਛਕੀਏ, ਤੇ ਸਰੀਰ ਥੋੜ੍ਹੇ ਦਿਨਾਂ 'ਚ ਮੰਜੇ 'ਤੇ ਪੈ ਜਾਏਗਾ। ਫਿਰ ਥੋੜ੍ਹੇ ਦਿਨਾਂ ਵਿੱਚ ਹੀ ਮੌਤ ਨੂੰ ਵੀ ਪ੍ਰਾਪਤ ਹੋ ਜਾਏਗਾ। ਇਹ ਸਾਡਾ ਜਿਹੜਾ ਸਰੀਰ ਹੈ ਇਹ ਭੋਜਨ ਦੇ ਆਸਰੇ ਹੈ। ਸਾਨੂੰ ਇੱਕ ਆਸਰਾ ਹੈ ਭੋਜਨ ਦਾ। ਇਸੇ ਤਰ੍ਹਾਂ ਜਿੰਨੇ ਜੀਵ ਜੰਤੂ ਨੇ ਸਾਰਿਆਂ ਨੂੰ ਕੋਈ ਨਾ ਕੋਈ ਆਸਰਾ ਹੈ। ਪਰਮਾਤਮਾ ਨੂੰ ਕਿਸੇ ਦਾ ਕੋਈ ਆਸਰਾ ਨਹੀਂ ਹੈ। ਉਹ ਸੈ ਭੰਗ ਆਪਣੇ ਆਪ ਤੋਂ ਹੀ ਪ੍ਰਕਾਸ਼ ਹੋਇਆ। ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ ਹੈ। ਗੁਰ ਪ੍ਰਸਾਦ। ਐਸੇ ਪ੍ਰਮਾਤਮਾ ਦੀ ਪ੍ਰਾਪਤੀ ਜੇ ਕਰਨੀ ਚਾਹੁੰਦਾ ਹੈ, ਗੁਰੂ ਕਿਹਾ ਸਿੱਖਾ ਜਿੰਨੇ ਆਪਾਂ ਗੁਣ ਸਰਵਣ ਕੀਤੇ ਨਾ, ਇਹ ਸਾਰੇ ਗੁਣ ਪਰਮਾਤਮਾ ਦੇ ਨੇ। ਜੇ ਤੂੰ ਵੀ ਚਾਹੁੰਦਾ ਹੈ ਕਿ ਮੇਰੇ ਵਿੱਚ ਇਹ ਗੁਣ ਆ ਜਾਣ ਜਾਂ ਮੈਂ ਪਰਮਾਤਮਾ ਦੇ ਵਿੱਚ ਲੀਨ ਹੋ ਜਾਵਾਂ, ਤੇ ਫਿਰ ਗੁਰ ਪ੍ਰਸਾਦ, ਫਿਰ ਤੈਨੂੰ ਗੁਰੂ ਦੀ ਕਿਰਪਾ ਪ੍ਰਾਪਤ ਕਰਨੀ ਪਵੇਗੀ। ਹੁਣ ਆਪਾਂ ਸੰਗਤ ਵਿੱਚ ਬੈਠੇ ਹਾਂ, ਕੋਈ ਜੋੜੇ ਝਾੜਦਾ ਪਿਆ, ਇਸੇ ਤਰ੍ਹਾਂ ਕੋਈ ਝਾੜੂ ਫੇਰਦਾ ਪਿਆ, ਕੋਈ ਪੋਚਾ ਲਾਉਂਦਾ ਹੈ, ਕੋਈ ਕਥਾ ਬੈਠ ਕੇ ਸਰਵਣ ਕਰਦਾ, ਕੋਈ ਕੀਰਤਨ ਸਰਵਣ ਕਰਦਾ ਪਿਆ। ਆਪਾਂ ਇਹ ਸਭ ਕੁਝ ਤਾਂ ਕਰਦੇ ਪਏ ਹਾਂ ਕਿ ਸਾਡੀ ਇਹ ਸੇਵਾ ਵੇਖ ਕੇ, ਸਾਨੂੰ ਸੰਗਤ ਵਿੱਚ ਬੈਠਿਆਂ ਵੇਖ ਕੇ ਪਰਮਾਤਮਾ ਦਾ ਰੂਪ ਸਤਿਗੁਰੂ ਸਾਡੇ 'ਤੇ ਖੁਸ਼ ਹੋ ਜਾਣ। ਜੇ ਗੁਰੂ ਸਾਡੇ 'ਤੇ ਖੁਸ਼ ਹੋ ਗਿਆ, ਫਿਰ ਉਹ ਪਰਮਾਤਮਾ ਦੇ ਨਾਲ ਵੀ ਮਿਲਾ ਦੇਵੇਗਾ। ਗੁਰ ਪ੍ਰਸਾਦ ਤੋਂ ਭਾਵ ਹੈ ਗੁਰੂ ਦੀ ਕਿਰਪਾ ਪ੍ਰਾਪਤ ਕਰਨੀ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨੀ, ਗੁਰੂ ਦੀ ਪ੍ਰਸੰਨਤਾ ਲੈਣੀ। ਜਿਨ੍ਹਾਂ ਨੇ ਪ੍ਰਸੰਨਤਾ ਲਈ ਹੈ ਉਸ ਦੀ ਪ੍ਰਾਪਤੀ ਕਰਦੇ ਹਨ। ਸ਼ਲੋਕ। ਸਤਿਗੁਰੂ ਜੀ ਸ਼ਲੋਕ ਬਖਸ਼ਿਸ਼ ਕਰਦੇ ਹਨ। ਸਾਜਨ ਤੇਰੇ ਚਰਨ ਕੀ। ਐ ਸੱਜਣ ਪਰਮਾਤਮਾ ਕਿਰਪਾ ਕਰ ਜੋ ਆਪ ਜੀ ਦੇ ਪਵਿੱਤਰ ਚਰਨ ਹਨ। ਹੋਏ ਰਹਾ ਸਤਿਗੁਰ। ਮੈਂ ਉਹਨਾਂ ਚਰਨਾਂ ਦੀ ਧੂੜ ਬਣ ਜਾਵਾਂ, ਇਹ ਕਿਰਪਾ ਕਰ। ਜਿਹੜੇ ਤੇਰੇ ਨਾਮ ਜਪਣ ਵਾਲੇ ਗੁਰਮੁਖ ਸਾਧੂ ਨੇ, ਉਹਨਾਂ ਸਾਧੂਆਂ ਦੇ ਚਰਨਾਂ ਦੀ ਧੂੜ ਬਣ ਜਾਵਾਂ। ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ। ਸੰਤਨ ਕੀ ਧੂਰੇ। ਜਿਹੜੇ ਤੇਰੇ ਨਾਮ ਜਪਣ ਵਾਲੇ ਸਾਧੂ ਨੇ, ਗੁਰਮੁਖ ਨੇ, ਰੱਬ ਦੇ ਪਿਆਰੇ ਨੇ, ਉਹਨਾਂ ਦੇ ਚਰਨਾਂ ਦੀ ਧੂੜ ਹੋ ਜਾਵਾਂ। ਧੂੜ ਬਣ ਕੇ ਰਹਿਣਾ ਕਰਾਂ, ਜਾਂ ਉਹਨਾਂ ਦੀ ਧੂੜ ਹੀ ਮਿਲ ਜਾਵੇ, ਮੈਂ ਆਪਣੇ ਮਸਤਕ ਨੂੰ ਲਾ ਕੇ ਸਫਲਾ ਹੋ ਜਾਵਾਂ। ਨਾਨਕ ਸਰਨ ਤੁਹਾਰੀਆਂ। ਸਤਿਗੁਰੂ ਪਾਤਸ਼ਾਹ ਜੀ, ਅਸੀਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਸਦੀਵ ਕਾਲ ਹਮੇਸ਼ਾ ਵਾਸਤੇ ਤੁਹਾਡੀ ਸ਼ਰਨ ਵਿੱਚ ਰਹਿਣਾ ਕਰੀਏ। ਵੇਖੋ ਸਦਾ ਹਜੂਰ। ਤੇ ਮਾਲਕ ਆਪ ਜੀ ਨੂੰ ਸਦਾ ਹੀ ਮੈਂ ਹਾਜ਼ਰ ਹਜੂਰ ਵੇਖਣਾ ਕਰਾਂ। ਕਦੇ ਸਮਾਂ ਇਹੋ ਜਿਹਾ ਆਵੇ ਹੀ ਨਾ ਕਿ ਮੈਂ ਤਾਂ ਤੁਹਾਨੂੰ ਕਦੇ ਵੀ ਆਪਣੇ ਤੋਂ ਦੂਰ ਨਾ ਜਾਣਾ। ਵੈਸੇ ਤਾਂ ਗੁਰਮੁਖੋ ਸਾਡੀ ਜ਼ਿੰਦਗੀ ਐਸੀ ਹੈ ਕਿ ਜੇ ਸਾਨੂੰ ਕੋਈ ਬੰਦਾ ਵੇਖੇ ਤੇ ਅਸੀਂ ਦਰਵਾਜ਼ਾ ਬੰਦ ਕਰ ਲੈਂਦੇ, ਪਰਦਾ ਕਰ ਲਈਦਾ, ਫਲਾਣਾ ਵੇਖਦਾ ਪਿਆ ਹੈ। ਪਰ ਕਦੇ ਇਹ ਨਹੀਂ ਸੋਚਿਆ ਵੀ ਰੱਬ ਵੀ ਵੇਖਦਾ ਪਿਆ ਹੈ। ਰੱਬ ਤੋਂ ਕਦੇ ਵੀ ਲੁਕਿਆ ਨਹੀਂ ਜਾ ਸਕਦਾ, ਛੁਪਿਆ ਨਹੀਂ ਜਾ ਸਕਦਾ। ਉਹ ਸਦਾ ਵੇਖਦਾ ਹੈ। ਸਦ ਸੁਣਦਾ, ਸਦ ਵੇਖਦਾ, ਸਦਾ ਹੀ ਸੁਣਦਾ ਪਿਆ, ਸਦਾ ਹੀ ਵੇਖਦਾ ਪਿਆ। ਵੇਖੋ ਸਦਾ ਹਜ਼ੂਰ। ਮਹਾਰਾਜ ਮੇਰੀ ਐਸੀ ਅਵਸਥਾ ਬਣ ਜਾਵੇ, ਮੈਂ ਸਦਾ ਹੀ ਤੁਹਾਨੂੰ ਹਾਜ਼ਰ ਨਾਜ਼ਰ ਵੇਖਣਾ ਕਰਾਂ। ਸ਼ਬਦ। ਮਹਾਰਾਜ ਸਾਹਿਬ ਜੀ ਇਹ ਜੋ ਸ਼ਬਦ ਹੈ, ਗੁਰਮੁਖੋ ਸ਼ਬਦ ਨਾਮ ਹੈ ਉਪਦੇਸ਼ ਦਾ। ਇਹ ਉਪਦੇਸ਼ ਰੂਪੀ ਬਚਨ ਜਿਹੜੇ ਨੇ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਰਦੇ ਪਏ। ਜਾਂ ਸ਼ਬਦ ਦਾ ਅਰਥ ਵਿਦਵਾਨਾਂ ਨੇ ਇਹ ਕੀਤਾ ਹੈ, ਜਦੋਂ ਰਾਗੀ ਸਿੰਘ ਕੀਰਤਨ ਕਰਦੇ ਨੇ, ਰਾਗ ਪੜ੍ਹਦੇ ਨੇ, ਉਹਦੇ ਵਿੱਚ ਹੁੰਦਾ ਹੈ, ਇੱਕ ਹੁੰਦੀ ਹੈ ਸਥਾਈ। ਸਥਾਈ ਉਹ ਹੈ ਜਿਹੜਾ ਸ਼ਬਦ ਦੀ ਪੰਕਤੀ ਨੂੰ ਵਾਰ-ਵਾਰ ਪੜ੍ਹਿਆ ਜਾਣਾ ਸ਼ਬਦ ਵਿੱਚ, ਉਹਨੂੰ ਸਥਾਈ ਕਹਿੰਦੇ। ਇੱਕ ਹੁੰਦਾ ਅੰਤਰਾ, ਜਿਹੜਾ ਉੱਚੀ ਆਵਾਜ਼ ਦੇ ਵਿੱਚ ਉੱਪਰ ਜਾ ਕੇ ਰਾਗੀ ਸਿੰਘ ਗਾਉਂਦੇ ਫਿਰ ਥੱਲੇ ਸਥਾਈ 'ਤੇ ਆ ਜਾਂਦੇ। ਇੱਕ ਹੈ ਸਥਾਈ, ਦੂਜਾ ਹੈ ਅੰਤਰਾ, ਤੀਜਾ ਹੈ ਧਰੁਵ ਅਤੇ ਚੌਥਾ ਹੈ ਇਸੇ ਤਰ੍ਹਾਂ ਅਭੋਗ। ਇਹ ਚਾਰੇ ਜਿਸ ਤਰ੍ਹਾਂ ਛੰਦ ਦਾ ਰੂਪ ਹੈ, ਜੇ ਇਹ ਚਾਰੇ ਸਹੀ ਤਰੀਕੇ ਨਾਲ ਗਾਏ ਜਾਣ, ਸੋ ਗਾਉਣ ਵਾਲਾ ਠੀਕ ਸਮੇਂ ਵਿੱਚ ਇਹਨਾਂ ਨੂੰ ਗਾ ਸਕੇ। ਸਥਾਈ, ਅੰਤਰਾ, ਧਰੁਵ ਅਤੇ ਸਭੋਗ, ਅਭੋਗ, ਜੇ ਇਹ ਸਹੀ ਤਰੀਕੇ ਨਾਲ ਗਾਇਆ ਜਾ ਸਕੇ ਤੇ ਇਸ ਦਾ ਨਾਮ ਫਿਰ ਸ਼ਬਦ ਹੈ। ਸ਼ਬਦ ਇਹਨੂੰ ਕਿਹਾ ਜਾਂਦਾ ਹੈ। ਤੇ ਸ਼ਬਦ ਦਾ ਦੂਜਾ ਅਰਥ ਵਿਦਵਾਨਾਂ ਨੇ ਇਹ ਕੀਤਾ ਹੈ, ਜਿਸ ਨੂੰ ਆਪਾਂ ਕਹਿੰਦੇ ਹਾਂ ਉਪਦੇਸ਼।
ਇਹ ਉਪਦੇਸ਼ ਰੂਪੀ ਬਚਨ ਮਹਾਰਾਜ ਬਖਸ਼ਦੇ ਹਨ। ਪਿਛੋਂ ਰਾਤੀ ਸੱਦੜਾ। ਉਪਦੇਸ਼ ਕੀ ਹੈ? ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਜੀ ਸਤਿਕਾਰਯੋਗ ਬਾਬਾ ਕਲਿਆਣ ਚੰਦ ਜੀ ਨੇ ਸੋ ਉਸ ਵੇਲੇ ਆਪਣੇ ਵੱਡੇ ਵਡੇਰਿਆਂ ਦਾ ਸ਼ਰਾਧ ਕਰਦੇ ਪਏ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪੁੱਛਿਆ, ਕਹਿਣ ਲੱਗੇ ਪਿਤਾ ਜੀ ਇਹ ਕੀ ਕਰਦੇ ਪਏ ਹੋ? ਕਹਿੰਦੇ ਪੁੱਤਰ ਅਸੀਂ ਆਪਣੇ ਵੱਡੇ ਵਡੇਰਿਆਂ ਦਾ ਸ਼ਰਾਧ ਕਰਦੇ ਹਾਂ। ਸਾਡੇ ਦਾਦੇ ਪੜਦਾਦੇ ਜੋ ਇਸ ਦੁਨੀਆ 'ਤੇ ਨਹੀਂ ਰਹੇ ਉਹਨਾਂ ਦੇ ਵਾਸਤੇ ਇਹ ਭੋਜਨ ਬਣਾਇਆ ਹੈ ਅਤੇ ਇਹ ਖਵਾਵਾਂਗੇ ਲੋਕਾਂ ਨੂੰ ਅਤੇ ਉਹਨਾਂ ਦੇ ਕੋਲੋਂ ਦੁਆਵਾਂ ਲਵਾਂਗੇ ਅਤੇ ਵੱਡੇ ਵਡੇਰਿਆਂ ਦਾ ਭਲਾ ਹੋਵੇਗਾ। ਜਦੋਂ ਇਹ ਬਚਨ ਪਿਤਾ ਕਲਿਆਣ ਚੰਦ ਜੀ ਨੇ ਆਖਿਆ, ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਪਿਤਾ ਜੀ ਤੁਹਾਡੇ ਵੱਡੇ ਵਡੇਰੇ ਉੱਥੇ ਪਹੁੰਚ ਗਏ ਨੇ ਜਿੱਥੇ ਇਹ ਕਿਸੇ ਸਰਾਧ ਦੀ ਲੋੜ ਨਹੀਂ ਹੈ, ਨਾ ਪ੍ਰਸ਼ਾਦੇ ਦੀ ਕੋਈ ਲੋੜ ਹੈ। ਉਹ ਤਾਂ ਸੱਚਖੰਡ ਵਿੱਚ ਪਹੁੰਚ ਗਏ ਨੇ, ਉੱਥੇ ਲੋੜ ਨਹੀਂ ਪੈਂਦੀ ਹੈ। ਇਹ ਤਾਂ ਦੁਨਿਆਵੀ ਲੋਕਾਂ ਵਾਸਤੇ ਆ, ਜਿਹੜੇ ਕਰਮਕਾਂਡੀ ਲੋਕ ਨੇ ਇਹ ਤਾਂ ਉਹਨਾਂ ਵਾਸਤੇ ਆ ਵੀ ਸਾਡਾ ਵੱਡਾ ਵਡੇਰਾ ਕਿਤੇ ਬੈਠਾ, ਕੋਈ ਆਖਦਾ ਸਵਰਗਾਂ ਵਿੱਚ ਬੈਠਾ, ਕੋਈ ਕਹਿੰਦਾ ਨਰਕਾਂ ਵਿੱਚ ਬੈਠਾ, ਕੋਈ ਕਹਿੰਦਾ ਜਨਮਾਂ ਵਿੱਚ ਪਿਆ ਹੋਇਆ। ਸੋ ਇਹ ਸੰਸਾਰੀ ਲੋਕਾਂ ਦੀ ਬਿਰਤੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਪਿਤਾ ਜੀ ਜਿਹੜੇ ਤੁਹਾਡੇ ਵੱਡੇ ਵਡੇਰੇ ਜਾਂ ਮੇਰੇ ਜਿਹੜੇ ਬਜ਼ੁਰਗ ਨੇ ਉਹ ਹੁਣ ਜਨਮਾਂ ਵਿੱਚ ਨਹੀਂ ਰਹਿ ਗਏ, ਉਹ ਤਾਂ ਮੁਕਤ ਹੋ ਕੇ ਸੱਚਖੰਡ ਚਲੇ ਗਏ, ਕਿਉਂਕਿ ਉਹਨਾਂ ਦੀ ਕੁੱਲ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇ ਹੈ ਹੀ ਐਸੀ ਕਿਰਪਾ ਕਰਦੇ, ਜਦੋਂ ਕਿਤੇ ਸੁਲਤਾਨਪੁਰ ਧਰਤੀ 'ਤੇ ਮਹਾਰਾਜ ਆ ਕੇ ਸ਼ਮਸ਼ਾਨ ਵਿੱਚ ਬੈਠ ਜਾਂਦੇ, ਕਿਉਂਕਿ ਸ਼ਮਸ਼ਾਨ ਦੇ ਵਿੱਚ ਲੋਕ ਡਰਦੇ ਜਾਇਆ ਨਹੀਂ ਕਰਦੇ ਵੀ ਭੂਤ ਪ੍ਰੇਤ ਰਹਿੰਦੇ, ਅਤੇ ਸਤਿਗੁਰੂ ਉੱਥੇ ਬੈਠ ਕੇ ਜਾ ਕੇ ਚੌਂਕੜਾ ਲਾ ਕੇ ਨਾਮ ਜਪਣ ਲੱਗ ਪੈਂਦੇ। ਜਦੋਂ ਕਿਸੇ ਮੁਰਦੇ ਦੀ ਕੋਈ ਹੱਡੀ ਉੱਥੇ ਫੁੱਲ ਜਦੋਂ ਚੁਗਦੇ ਨਾ, ਜਦੋਂ ਕੋਈ ਸਾੜਿਆ ਜਾਂਦਾ ਅਤੇ ਕਈ ਵਾਰੀ ਕੋਈ ਹੱਡੀ ਰਹਿ ਜਾਂਦੀ ਹੈ, ਨਹੀਂ ਨਿਗਾਹ ਪੈਂਦੀ ਹੈ ਅਤੇ ਉੱਥੇ ਰਹਿ ਜਾਂਦੀਆਂ ਸ਼ਮਸ਼ਾਨ ਵਿੱਚ ਆਮ ਹੀ ਆਪਾਂ ਵੇਖਦੇ ਹਾਂ। ਜਦੋਂ ਕਿਸੇ ਹੱਡੀ ਦੇ ਉੱਪਰ ਗੁਰੂ ਨਾਨਕ ਸਾਹਿਬ ਜੀ ਦਾ ਪੈਰ ਲੱਗ ਜਾਂਦਾ, ਚਰਨ ਲੱਗ ਜਾਂਦਾ, ਭਾਵੇਂ ਉਹ ਵਿਅਕਤੀ ਨਰਕਾਂ ਵਿੱਚ ਵੀ ਬੈਠਾ ਸਜ਼ਾ ਪਾਉਂਦਾ ਪਿਆ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਲੱਗਣ ਕਰਕੇ ਨਰਕਾਂ ਵਿੱਚੋਂ ਨਿਕਲ ਕੇ ਸੱਚਖੰਡ ਦੀ ਪ੍ਰਾਪਤੀ ਵਾਲਾ ਬਣ ਜਾਂਦਾ। ਐਸੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਰਦੇ, ਜਿਨ੍ਹਾਂ ਦੇ ਚਰਨ ਲੱਗਣ ਦੇ ਨਾਲ ਨਰਕਾਂ ਵਾਲੇ ਜੀਵ ਸੱਚਖੰਡ ਚਲੇ ਗਏ। ਉਹਨਾਂ ਦੀ ਕੁੱਲ ਵਿੱਚ ਜਿਨ੍ਹਾਂ ਦੀ ਕੁੱਲ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਅਵਤਾਰ ਲਿਆ ਹੈ, ਅਤੇ ਗੁਰਮੁਖੋ ਫਿਰ ਉਹ ਕਿਵੇਂ ਜਾ ਸਕਦੇ ਸਵਰਗਾਂ ਨਰਕਾਂ ਵਿੱਚ? ਉਹ ਵੀ ਤਾਂ ਮੁਕਤ ਹੋ ਗਏ ਨਾ, ਸੱਚਖੰਡ ਚਲੇ ਗਏ। ਪਿਤਾ ਕਲਿਆਣ ਚੰਦ ਜੀ ਕਹਿਣ ਲੱਗੇ ਮਹਾਰਾਜ ਬਚਨ ਤੁਹਾਡਾ ਬੜਾ ਚੰਗਾ ਹੈ, ਪਰ ਜੇ ਮੈਨੂੰ ਕਿਰਪਾ ਕਰਕੇ ਵਿਖਾਓਗੇ ਤਾਂ ਫਿਰ ਮੈਨੂੰ ਪੂਰਾ ਯਕੀਨ ਆਵੇਗਾ। ਕਹਿਣ ਲੱਗੇ ਠੀਕ ਪਿਤਾ ਜੀ ਦਿਖਾ ਦਿੰਦੇ ਹਾਂ, ਕਰੋ ਨੇਤਰ ਬੰਦ, ਤੁਹਾਨੂੰ ਸੱਚਖੰਡ ਦਾ ਨਜ਼ਾਰਾ ਵਿਖਾਈਏ। ਨੇਤਰ ਬੰਦ ਕੀਤੇ ਅਤੇ ਪਿਤਾ ਕਲਿਆਣ ਚੰਦ ਜੀ ਕੀ ਵੇਖਦੇ ਪਏ ਕਿ ਵਾਕਿਆ ਹੀ ਸਾਡੇ ਵੱਡੇ ਵਡੇਰੇ ਜਿਹੜੇ ਨੇ ਉਹ ਸੱਚਖੰਡ ਦੇ ਵਿੱਚ ਬੈਠੇ ਆਨੰਦ ਲੈਂਦੇ ਪਏ। ਉੱਥੇ ਨਾ ਕੋਈ ਭੁੱਖ, ਨਾ ਕੋਈ ਪਿਆਸ, ਨਾ ਕੋਈ ਦੁੱਖ ਹੈ। ਉਸ ਵੇਲੇ ਬਾਬਾ ਕਲਿਆਣ ਚੰਦ ਜੀ ਦਾ ਮਨ ਕਰੇ ਕਿ ਮੈਂ ਵੀ ਹੁਣ ਇੱਥੇ ਹੀ ਰਵਾਂ, ਵਾਪਸ ਜਾਵਾਂ ਹੀ ਨਾ। ਬੜਾ ਆਨੰਦ ਬਣਿਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਨੇ ਆਪਣੇ ਹੱਥ ਦੇ ਨਾਲ ਆਪਣੇ ਪਿਤਾ ਦੇ ਹੱਥ ਨੂੰ ਫੜਿਆ, ਉਹਨਾਂ ਦੀ ਸੁਰਤੀ ਫਿਰ ਥੱਲੇ ਸਰੀਰ ਵਿੱਚ ਲੈ ਕੇ ਆਂਦੀ। ਪਿਤਾ ਕਲਿਆਣ ਚੰਦ ਜੀ ਕਹਿਣ ਲੱਗੇ, ਕਹਿੰਦੇ ਸਤਿਗੁਰੂ ਜੀ ਐਸ ਸਰੀਰ ਦੇ ਵਿੱਚ ਮੈਂ ਤੁਹਾਡਾ ਪਿਤਾ ਹਾਂ, ਤੁਸੀਂ ਮੇਰੇ ਪੁੱਤਰ ਹੋ, ਪਰ ਅਸਲ ਦੇ ਵਿੱਚ ਤੁਸੀਂ ਹੋ ਤੇ ਨਿਰੰਕਾਰ ਹੋ, ਪਰਮੇਸ਼ਰ ਹੋ। ਮੇਰੇ 'ਤੇ ਕਿਰਪਾ ਇਹ ਕਰੋ, ਜਿਹੜਾ ਮੈਨੂੰ ਤੁਸੀਂ ਆਨੰਦ ਵਿਖਾਇਆ ਹੈ ਨਾ ਸੱਚਖੰਡ ਦਾ, ਕਿਰਪਾ ਕਰਕੇ ਮੈਨੂੰ ਵੀ ਉੱਥੇ ਹੀ ਭੇਜ ਦਿਓ। ਮੇਰਾ ਹੁਣ ਇਸ ਸਰੀਰ ਵਿੱਚ ਰਹਿਣ ਨੂੰ ਮਨ ਨਹੀਂ ਕਰਦਾ, ਇਸ ਦੁਨੀਆ 'ਤੇ ਰਹਿਣ ਨੂੰ ਵੀ ਨਹੀਂ ਕਰਦਾ ਹੈ। ਮੈਨੂੰ ਮਹਾਰਾਜ ਸੱਚਖੰਡ ਵਿੱਚ ਹੀ ਭੇਜ ਦਿਓ। ਆਨੰਦ ਵੇਖਿਆ, ਬੜਾ ਆਨੰਦ ਆਇਆ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਪਿਤਾ ਜੀ ਅਜੇ ਤੁਹਾਡੀ ਕੁਝ ਉਮਰਾਂ ਬਾਕੀ ਹੈ, ਕੁਝ ਮਹੀਨੇ ਦੀ। ਪਹਿਲਾਂ ਆਪਣੀ ਉਮਰਾਂ ਮੰਨ ਲਵੋ ਦੁਨੀਆ 'ਤੇ ਰਹਿ ਕੇ, ਅਤੇ ਫਿਰ ਤੁਸੀਂ ਉੱਥੇ ਹੀ ਜਾਣਾ ਹੈ, ਸੱਚਖੰਡ ਹੀ ਜਾਣਾ ਹੈ। ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਹੈ, ਤੁਸੀਂ ਮੇਰੇ ਪਿਤਾ ਜੀ ਹੋ। ਤੁਹਾਡੇ ਵਾਸਤੇ ਸੱਚਖੰਡ ਜਿਹੜਾ ਹੈ ਉਹ ਤੁਹਾਡੀ ਸੇਵਾ ਵਾਸਤੇ ਤੁਸੀਂ ਪਹੁੰਚ ਹੀ ਜਾਣਾ ਹੈ। ਇਹ ਬਚਨ ਕੀਤੇ। ਉਸ ਵੇਲੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਪਏ ਭਲਾ ਕਰਨ ਵਾਸਤੇ। ਇਹ ਸ਼ਬਦ ਮਹਾਰਾਜ ਨੇ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਨੂੰ ਬਖਸ਼ਿਆ ਹੈ। ਸਤਿਗੁਰਾਂ ਦੇ ਪਿਤਾ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਹਨ। ਪਿਛੋਂ ਰਾਤੀ ਸੱਦੜਾ। ਕਹਿਣ ਲੱਗੇ ਪਿਤਾ ਜੀ ਇਹੋ ਸਦੜਾ ਕਹੀਏ ਜਿਹੜਾ ਉਪਦੇਸ਼ ਹੈ। ਉਪਦੇਸ਼ ਕੀ ਹੈ ਕਿ ਪਿੱਛੋਂ ਰਾਤੀ, ਰਾਤ ਦਾ ਜਿਹੜਾ ਪਿਛਲਾ ਸਮਾਂ ਹੈ ਨਾ, ਉਸ ਵੇਲੇ ਉੱਠ ਪੈਣਾ ਚਾਹੀਦਾ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਦਾ, ਇਕੱਲਾ ਆਪਣੇ ਪਿਤਾ ਨੂੰ ਨਹੀਂ ਹੈ, ਸਾਨੂੰ ਵੀ ਹੈ।
ਪਰ ਅਸੀਂ ਤੇ ਗੁਰਮੁਖੋ ਪਿਛਲੀ ਰਾਤ ਹੋਵੇ ਤੇ ਰਜਾਈ ਹੋਰ ਘੁੱਟ ਲਈਦੀ ਹੈ ਵੀ ਉੱਠਣਾ ਨਾ ਕਿਤੇ ਪਵੇ, ਕੋਈ ਆਵਾਜ਼ ਹੀ ਨਾ ਦੇ ਦੇਵੇ। ਮਹਾਰਾਜ ਕਹਿਣ ਲੱਗੇ ਪਿੱਛੋਂ ਰਾਤੀ ਸੱਦੜਾ, ਸੱਦੜਾ ਨਾਮ ਉਪਦੇਸ਼। ਪਾਤਸ਼ਾਹ ਕਹਿੰਦੇ ਸਾਡਾ ਉਪਦੇਸ਼ ਇਹ ਹੈ ਕਿ ਪਿਛਲੀ ਰਾਤ ਜਿਹੜੀ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ, ਬਖਸ਼ਦੇ ਹਾਂ ਨਾਮ ਖਸਮ ਕਾ ਲੇਹ। ਖਸਮ ਦਾ ਨਾਂ ਲੈਣਾ ਚਾਹੀਦਾ ਅੰਮ੍ਰਿਤ ਵੇਲੇ ਉੱਠ ਕੇ। ਇਹ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਕਿ ਪਿਛਲੀ ਰਾਤ ਨੂੰ ਜਾ ਕੇ ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਹਾਂ, ਉੱਠ ਕੇ ਬੰਦਿਆ ਇਸ਼ਨਾਨ ਪਾਨ ਕਰਕੇ ਰੱਬ ਦਾ ਨਾਮ ਲਿਆ ਕਰ ਤਾਂ ਕਿ ਤੇਰਾ ਜਨਮ ਸਫਲਾ ਹੋ ਜਾਵੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਵਡਿਆਈ ਨੂੰ ਵਿਚਾਰਿਆ ਕਰ, ਫਿਰ ਬਖਸ਼ਿਸ਼ ਕਰਦੇ ਹਨ। ਪਿੱਛੋਂ ਰਾਤੀ ਸੱਦਣਾ ਨਾਮ ਖਸਮ ਕਾ ਲੇਹ। ਗੁਰਮੁਖੋ ਪਿਛਲ ਰਾਤੀ ਕਿਹੜੀ ਹੈ? ਰਾਤ ਦਾ ਪਹਿਲਾ ਪੈਰ ਸਤਜੁਗ, ਤ੍ਰੇਤਾ ਯੁਗ, ਦੁਆਪਰ ਯੁਗ ਤੇ ਸਭ ਤੋਂ ਪਿਛਲਾ ਯੁਗ ਹੈ ਕਲਯੁਗ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਚੌਵਾਂ ਯੁੱਗਾਂ ਦੇ ਵਿੱਚੋਂ ਜਿਹੜਾ ਕਲਯੁਗ ਰੂਪੀ ਰਾਤ ਹੈ ਨਾ, ਇਹਦੇ ਵਿੱਚ ਪਰਮੇਸ਼ਰ ਦਾ ਨਾਮ ਲੈ। ਪਹਿਲਿਆਂ ਯੁੱਗਾਂ ਵਿੱਚ ਲੋਕੀ ਤਪ ਕਰਦੇ ਸਨ, ਜਪ ਕਰਦੇ ਸਨ, ਤੀਰਥ ਯਾਤਰਾ ਕਰਦੇ, ਦਾਨ ਪੁੰਨ ਕਰਦੇ, ਉਹਨਾਂ ਨੂੰ ਫਲ ਵੀ ਮਿਲਦਾ ਸੀ ਬਹੁਤਾ। ਪਰ ਕਲਯੁਗ ਦੇ ਵਿੱਚ ਕੇਵਲ ਨਾਮ ਦਾ ਹੀ ਫਲ ਹੈ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ। ਕਲਯੁਗ ਆ ਗਿਆ ਭਾਈ, ਤਗੜੇ ਹੋ ਜਾਓ। ਮਹਾਰਾਜ ਕਹਿੰਦੇ ਨਾਮ ਦਾ ਹੀ ਬੀਜ ਬੀਜ ਲਓ। ਆਪੇ ਬੀਜ ਆਪੇ ਹੀ, ਮਿਲ ਕੇ ਆਖੀਏ ਆਪੇ ਬੀਜ ਆਪੇ ਹੀ ਖਾਓ। ਨਾਮ ਦਾ ਬੀਜ ਬੀਜੋਗੇ ਤੇ ਫਿਰ ਛਕੋਗੇ ਉਸ ਨਾਮ ਦੇ ਬੀਜ ਨੂੰ। ਇਸ ਕਰਕੇ ਭਾਈ ਇਹ ਕਲਯੁਗ ਦਾ ਸਮਾਂ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਇਹ ਕਲਯੁਗ ਦੇ ਵਿੱਚ ਗੁਣ ਗਾਉਣੇ, ਨਾਮ ਜਪਣਾ, ਇਹੋ ਹੀ ਸਭ ਤੋਂ ਚੰਗਾ ਕੰਮ ਹੈ। ਪਿਛਲ ਰਾਤੀ ਸਦੜਾ ਨਾਮ ਖਸਮ ਕਾ ਲੇਹ। ਇਹ ਪਿਛਲੀ ਰਾਤ ਕੀ ਕਲਯੁਗ ਦਾ ਸਮਾਂ ਜੋ ਹੈ, ਇਹਦੇ ਵਿੱਚ ਗੁਰਮੁਖਾ ਖਸਮ ਪ੍ਰਮਾਤਮਾ ਦਾ ਨਾਮ ਲੈ, ਤੇਰਾ ਭਲਾ ਹੋਣਾ ਕਰੇ, ਫਿਰ ਬਖਸ਼ਿਸ਼ ਕਰਦੇ ਹਨ। ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇਹ। ਗੁਰਮੁਖੋ ਪਿਛਲੀ ਰਾਤ ਕਿਹੜੀ ਹੈ? ਇਹ ਮਨੁੱਖਾ ਜਨਮ ਵੀ ਸਾਡਾ ਪਿਛਲੀ ਰਾਤ ਹੈ। ਇਹਦੇ ਤੋਂ ਪਹਿਲਾਂ 84 ਲੱਖ ਜੂਨਾਂ ਉਹ ਸਾਰੀਆਂ ਭੋ ਕੇ ਵੇਖ ਲਈਆਂ। ਪਾਤਸ਼ਾਹ ਕਹਿਣ ਲੱਗੇ ਉਹ ਭਾਈ ਪਿਆਰਿਆ ਹੁਣ ਮਨੁੱਖਾ ਜਨਮ ਦੇ ਵਿੱਚ ਆਇਆ ਹੈ, ਇਸ ਕਰਕੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਸਾਸ ਸਾਸ ਸਿਮਰੋ ਗੋਬਿੰਦ। ਇਹ ਜਿਹੜੀਆਂ 84 ਲੱਖ ਬਾਕੀ ਜੂਨਾਂ ਨੇ ਉਹ ਨਾਮ ਨਹੀਂ ਜਪ ਸਕਦੀਆਂ, ਇਹ ਤੂੰ ਹੀ ਨਾਮ ਜਪ ਸਕਦਾ ਹੈ। ਸੋ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਇਹ ਧਰਤੀ ਤੇ ਸਰਦਾਰ ਬਣਾ ਕੇ ਬੰਦਿਆ ਤੈਨੂੰ ਰੱਬ ਨੇ ਭੇਜਿਆ। ਨਾਮ ਜਪ ਜਿੰਨਾ ਜਪਿਆ ਜਾਂਦਾ। ਪਿਛਲ ਰਾਤੀ ਸਦੜਾ, ਗੁਰੂ ਨਾਨਕ ਦੇਵ ਪਾਤਸ਼ਾਹ ਦਾ ਉਪਦੇਸ਼ ਇਹ ਹੈ ਕਿ ਇਹ ਪਿਛਲੀ ਰਾਤ ਕੀ ਹੈ? ਮਨੁੱਖਾ ਜਨਮ। ਮਨੁੱਖਾ ਜਨਮ ਦੇ ਅੰਦਰ ਨਾਮ ਖਸਮ ਕਾ ਲੇ, ਖਸਮ ਦਾ ਨਾਮ ਜਪ ਲਾ। ਮਨੁੱਖ ਸਰੀਰ ਵਿੱਚ ਜਿੰਨਾ ਵੀ ਜਪਿਆ ਜਾਂਦਾ। ਬੰਦਾ ਆਖਦਾ ਮੈਂ ਧੀਆਂ ਪੁੱਤਰ ਪੈਦਾ ਕਰ ਲਵਾਂ, ਮਹਾਰਾਜ ਕਹਿੰਦੇ ਉਹ ਤੇ ਪਸ਼ੂਆਂ ਦੇ ਜਨਮ ਵਿੱਚ ਵੀ ਤੂੰ ਜਾ ਕੇ ਕਰ ਲੈਣੇ, ਪੰਛੀਆਂ ਨੇ ਵੀ ਕਰ ਲੈਣੇ ਬੱਚੇ ਪੈਦਾ। ਇਸੇ ਤਰ੍ਹਾਂ ਮੈਂ ਖਾ ਪੀ ਲਵਾਂ, ਮਹਾਰਾਜ ਕਹਿੰਦੇ ਉਹ ਤੇ ਪਸ਼ੂ ਪੰਛੀ ਵੀ ਖਾਂਦੇ ਪੀਂਦੇ ਪਏ, ਦੁੱਖ ਤੇ ਸੁੱਖ ਉਹਨਾਂ ਨੂੰ ਵੀ ਆਉਂਦਾ ਪਿਆ ਹੈ। ਕੇਵਲ ਤੇ ਕੇਵਲ ਜੇ ਨਹੀਂ ਕਰ ਸਕਦੇ ਪਸ਼ੂ ਪੰਛੀ ਕੋਈ ਕੰਮ, ਤੇ ਉਹ ਹੈ ਨਾਮ ਜਪਣਾ। ਇਸ ਕਰਕੇ ਨਾਮ ਜਪ ਲਾ। ਇਹ ਮੌਕਾ ਦੁਬਾਰਾ ਨਹੀਂ, ਇਹ ਤੇਰਾ ਅਵਸਰ, ਇਹ ਤੇਰੀ ਬਾਰ। ਘਟ ਭੀਤਰ ਤੂੰ ਦੇਖ ਮੁਰਾਰ, ਇਹ ਤੇਰਾ ਸਮਾਂ ਦੁਬਾਰਾ ਨਹੀਂ ਹੋਣਾ। ਗੁਰਮੁਖਾ ਨਾਮ ਜਪ ਲਾ, ਤੇਰਾ ਭਲਾ ਹੋ ਜਾਣਾ ਹੈ। ਮੈਂ ਸਤ ਸਰਾਈ ਚ ਸੋ ਖੇਮੇ ਨਾਮ ਗੁਰਮੁਖੋ ਚੰਦੋਏ। ਬੰਦਾ ਆਪਣੇ ਸਿਰ ਤੇ ਚੰਦੋਏ ਲਾ ਲਾ ਕੇ ਤੇ ਬੈਠਦਾ ਹੈ। ਰਾਜੇ ਮਹਾਰਾਜੇ ਜਿਹੜੇ ਨਾ ਸਿਰਾਂ ਦੇ ਉੱਪਰ ਚੰਦੋਏ ਲੱਗਦੇ। ਮਹਾਰਾਜ ਕਹਿਣ ਲੱਗੇ ਭਾਵੇਂ ਚੰਦੋਏ ਲੱਗੇ ਹੋਏ, ਛਤਰ ਜਦੋਂ ਰਾਜਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਹੈ, ਉਹਦੇ ਸਿਰ ਦੇ ਉੱਪਰ ਛਤਰ ਚਲਾਇਆ ਜਾਂਦਾ ਹੈ। 12 ਜੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਈ। ਗੁਰਬਾਣੀ ਦਾ ਬਚਨ ਹੈ ਨਾ। ਦੁਰਯੋਧਨ ਰਾਜਾ ਆਪਣਾ ਜਿੱਥੇ ਟਿਕਾਣਾ ਕੀਤਾ ਉੱਥੋਂ ਚੱਲਿਆ। ਸੋ ਕਾਹਦੇ ਵਾਸਤੇ? ਕਿ ਧਰਮ ਪੁੱਤਰ ਦਾ ਪਤਾ ਲੈ ਕੇ ਆਈਏ। ਉਹ ਤੀਰਾਂ ਦੀ ਸਿਜਾ ਤੇ ਲੰਮੇ ਪਿਆ ਹੈ ਤੇ 48 ਕੋਹ ਦਾ ਉਹ ਪੈਂਡਾ ਹੈ ਜਿੱਥੋਂ ਚੱਲਿਆ ਹੈ। 48 ਕੋਹ ਦੇ ਲੰਮੇ ਸਫ਼ਰ ਦੇ ਰਾਜੇ ਮਹਾਰਾਜੇ ਹੱਥ ਵਿੱਚ ਛਤਰ ਲੈ ਕੇ ਖੜ ਗਏ ਕਿ ਇਥੋਂ ਦੁਰਯੋਧਨ ਨੇ ਲੰਘ ਕੇ ਜਾਣਾ ਹੈ। ਇੰਨੇ ਰਾਜੇ ਅਧੀਨ ਕੀਤੇ, 11 ਕੂਣੀਆਂ ਦੀ ਫੌਜ ਇਕੱਠੀ ਕਰਕੇ ਦੁਰਯੋਧਨ ਬੈਠਾ ਹੈ ਮਹਾਭਾਰਤ ਦਾ ਜੰਗ ਕਰਨ ਵਾਸਤੇ।
ਇੰਨੇ ਰਾਜੇ ਅਧੀਨ ਸਨ ਕਿ 48 ਕੋਹ ਤੱਕ ਰਾਜਿਆਂ ਦੀ ਲਾਈਨ ਲੱਗ ਗਈ ਖੜੇ ਹੋਇਆਂ ਦੀ। ਕਿੰਨੇ ਰਾਜੇ ਉਸ ਦੇ ਹੁਕਮ ਦੇ ਵਿੱਚ। ਜਦੋਂ ਰਾਜਾ ਤੁਰਿਆ, ਦੁਪਹਿਰ ਦਾ ਸਮਾਂ, ਧੁੱਪ ਹੈ, ਤੇ ਦੂਜੇ ਰਾਜੇ ਖੁਸ਼ਾਮਦ ਕਰਨ ਵਾਸਤੇ ਛਤਰ ਲੈ ਕੇ ਖੜ ਗਏ ਵੀ ਦੁਰਯੋਧਨ ਨੂੰ ਕਿਤੇ ਧੁੱਪ ਨਾ ਲੱਗੇ, ਜਿਹਦੇ ਸਿਰ ਤੇ ਇੰਨੇ ਛਤਰ ਝੂਲਦੇ। ਮਹਾਰਾਜ ਕਹਿਣ ਲੱਗੇ ਸਮਾਂ ਐਸਾ ਬਣਿਆ, ਮਰੇ ਦੀ ਦੇਹ ਨੂੰ ਜਾਨਵਰਾਂ ਨੇ ਵੀ ਨਹੀਂ ਖਾਧਾ, ਦੇਹ ਰੁਲਦੀ ਰਹੀ। ਇਹ ਰੱਬ ਦੇ ਰੰਗ ਨੇ ਵੀ ਕਦੇ ਤੇ ਰਾਜੇ ਇੰਨੇ ਅਧੀਨ ਨੇ ਵੀ 48 ਕੋਹ ਤੱਕ ਧੁੱਪ ਹੀ ਨਹੀਂ ਲੱਗਣ ਦਿੰਦੇ, ਨੌਕਰ ਬਣ ਕੇ ਛਤਰ ਫੜ ਕੇ ਖੜ ਗਏ। ਤੇ ਕਦੇ ਸਮਾਂ ਆਇਆ ਕਿਸੇ ਨੇ ਸਰੀਰ ਵੀ ਨਹੀਂ ਸਾਂਭਿਆ, ਕਾਵਾਂ ਕੁੱਤਿਆਂ ਨੇ ਵੀ ਨਹੀਂ ਖਾਧਾ, ਐਸੀ ਹਾਲਤ ਬਣ ਗਈ। ਮਹਾਰਾਜ ਕਹਿਣ ਲੱਗੇ ਬੜੇ ਬੜੇ ਰਾਜੇ, ਉਹਨਾਂ ਦੇ ਸਿਰਾਂ ਦੇ ਉੱਪਰ ਛਤਰ ਝੂਲਦੇ। ਤੇ ਸਰਾਇਚੇ ਨਾਮ ਗੁਰਮੁਖੋ ਕਨਾਤਾਂ ਤੰਬੂ ਲਾ ਦੇਣ, ਜਿੱਥੇ ਰਾਜਾ ਬਵੇ ਕਨਾਤਾਂ ਤੰਬੂ ਲੱਗ ਗਏ, ਬਾਜ਼ਾਰ ਬਣ ਗਿਆ ਉਸੇ ਵੇਲੇ। ਕਹਿੰਦੇ ਇਸ ਤਰ੍ਹਾਂ ਵੀ ਦੁਨੀਆ ਵਿੱਚ ਆਏ ਹਨ। ਜਿਸਨ ਰਥ ਪੀੜੇ, ਬੜੇ ਬੜੇ ਰਥਾਂ ਦੇ ਵਿੱਚ ਚੱਲਣ ਵਾਲੇ, ਰਥਾਂ ਵਿੱਚ ਬੈਠਣ ਵਾਲੇ ਜਿਹੜੇ ਹਨ, ਉਹ ਵੀ ਦੁਨੀਆ ਵਿੱਚ ਆਏ। ਪਰ ਮਹਾਰਾਜ ਕਹਿਣ ਲੱਗੇ ਸਾਰੇ ਹੀ ਪੀੜੇ ਗਏ, ਮਰ ਗਏ ਸਾਰੇ ਹੀ, ਕੋਈ ਬਚਿਆ ਨਹੀਂ ਉਹਨਾਂ ਵਿੱਚੋਂ। ਨਾ ਕੋਈ ਬਚਿਆ ਹੈ ਚੰਦੋਇਆਂ ਥੱਲੇ ਬੈਠਣ ਵਾਲਾ, ਨਹੀਂ ਕੋਈ ਬਚਿਆ ਛਤਰਾਂ ਥੱਲੇ ਚੱਲਣ ਵਾਲਾ, ਨਹੀਂ ਕੋਈ ਬਚਿਆ ਕਨਾਤਾਂ ਲਾ ਕੇ ਆਪਣੇ ਦੀਵਾਨ ਲਾਉਣ ਵਾਲਾ, ਕਚਹਿਰੀਆਂ ਲਾਉਣ ਵਾਲਾ ਵੀ ਨਹੀਂ ਬਚਿਆ। ਮਹਾਰਾਜ ਕਹਿਣ ਲੱਗੇ ਸਾਰੇ ਹੀ ਪੀੜੇ ਗਏ, ਕਾਲ ਨੇ ਸਾਰੇ ਹੀ ਸਮਾਪਤ ਕਰ ਦਿੱਤੇ, ਬਚਿਆ ਕੋਈ ਨਹੀਂ। ਫਿਰ ਬਖਸ਼ਦੇ ਹਨ। ਖਿਮੇ ਛਤਰ ਸਰਾਇਚੇ, ਗੁਰਮੁਖੋ ਖਿਮੇ ਨਾਮ ਹੈ ਖਿਮਾ ਦਾ। ਕਿਸੇ ਨੇ ਖਿਮਾ ਰੂਪੀ ਚੰਦੂਆ ਆਪਣੇ ਸਿਰ ਤੇ ਰੱਖਿਆ, ਮਾਫ ਹੀ ਕਰੀ ਜਾਣਾ, ਹਰੇਕ ਨੂੰ ਮਾਫ ਕਰੀ ਜਾਣਾ। ਇਹ ਖਿਮਾ ਕਹੀਏ, ਖਿਮਾ ਰੂਪੀ ਚੰਦੋਇਆ। ਛਤਰ ਜਸ ਰੂਪੀ ਛਤਰ, ਜਿੱਥੇ ਵੀ ਕਿਤੇ ਜਾਵੇ ਬੜਾ ਬੜਾ ਜਸ ਕਈ ਬੰਦਿਆਂ ਦਾ ਹੁੰਦਾ ਹੈ। ਇਹ ਜਸ ਰੂਪੀ ਛਤਰ ਵੀ ਝੂਲਦੇ ਪਏ। ਸਰਾਇਚੇ ਨਾਮ ਕਨਾਤਾਂ, ਕਨਾਤਾਂ ਕਿਹੜੀਆਂ? ਸਰਵਣ ਕਰਨਾ, ਮੰਨਣ ਕਰਨਾ, ਫਿਰ ਉਹਦੀ ਕਮਾਈ ਕਰਨੀ, ਇਹ ਕਨਾਤਾਂ ਵੀ ਲੱਗੀਆਂ ਹਨ। ਜਿਸਨ ਰਥ ਪੀੜੇ, ਅਤੇ ਇਸੇ ਤਰ੍ਹਾਂ ਇਹ ਜਿਹੜੇ ਰਥ ਨੇ, ਅਧਿਆਸਾਂ ਰੂਪੀ ਜਿਹੜੇ ਰਥ ਨੇ, ਇਹ ਵੀ ਪੀੜੇ ਹੋਏ ਦਿਸਦੇ, ਇਹਨਾਂ ਵਿੱਚੋਂ ਵੀ ਕੋਈ ਰਹਿਣਾ ਨਹੀਂ ਹੈ। ਜਿਨੀ ਤੇਰਾ ਨਾਮ ਧਿਆਇਆ, ਐ ਪ੍ਰਮਾਤਮਾ ਜਿਨ੍ਹਾਂ ਨੇ ਤੇਰਾ ਨਾਮ ਧਿਆਇਆ ਦੁਨੀਆ ਵਿੱਚ ਆ ਕੇ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਜਿਨ੍ਹਾਂ ਨੇ ਤੇਰਾ ਨਾਮ ਧਿਆਇਆ ਹੈ, ਤਿਨ ਕੋ ਸਦ ਮਿਲੇ, ਉਹਨਾਂ ਨੂੰ ਪ੍ਰਮਾਤਮਾ ਬੁਲਾ ਬੁਲਾ ਕੇ ਦਿੰਦਾ ਹੈ। ਸਦ ਮਿਲੇ ਤੋਂ ਭਾਵ ਹੈ ਬੁਲਾ ਕੇ। ਜਿਹਨੇ ਨਾਮ ਜਪਿਆ ਨਾ, ਉਹਨੂੰ ਪ੍ਰਮਾਤਮਾ ਆਵਾਜ਼ ਮਾਰਦਾ, ਆ ਜਾ ਭਾਈ, ਤੇਰੇ ਸਿਰ ਦੇ ਉੱਪਰ ਛਤਰ ਨਾ ਚਲਾ ਦਈਏ, ਉਹਨੂੰ ਫਿਰ ਛਤਰ ਚਲਾ ਦਿੰਦਾ ਹੈ। ਜਿਹਨੇ ਤੇਰਾ ਨਾਮ ਜਪਿਆ ਹੈ, ਉਹਨੂੰ ਫਿਰ ਉਹ ਪ੍ਰਮਾਤਮਾ ਕੀ ਦਿੰਦਾ ਹੈ? ਉਹਦੇ ਸਿਰਾਂ ਦੇ ਉੱਪਰ ਚੰਦੋਏ ਝੂਲ ਜਾਂਦੇ, ਜਿਨ੍ਹਾਂ ਨੇ ਤੇਰਾ ਨਾਮ ਜਪਿਆ ਹੈ। ਜਿਨ੍ਹਾਂ ਨੇ ਨਾਮ ਜਪਿਆ ਹੈ, ਉਹਨਾਂ ਦੇ ਅੱਗੇ ਪਿੱਛੇ ਨੌਕਰ ਚਾਕਰ, ਰੱਥ, ਗੱਡੀਆਂ, ਮੋਟਰਾਂ, ਕਿਹਨਾਂ ਦੇ? ਜਿਨ੍ਹਾਂ ਨੇ ਪ੍ਰਮਾਤਮਾ ਤੇਰਾ ਨਾਮ ਧਿਆਇਆ। ਸਦ ਮਿਲੇ, ਇਹ ਸਾਰਾ ਕੁਝ ਉਹਨਾਂ ਨੂੰ ਮਿਲਿਆ ਹੈ। ਸਦ ਤੋਂ ਭਾਵ ਹੈ ਬੁਲਾ ਬੁਲਾ ਕੇ, ਵਾਜਾਂ ਮਾਰ ਮਾਰ ਕੇ ਰੱਬ ਦਿੰਦਾ ਵੀ ਆ ਜਾ ਭਾਈ ਪਿਆਰਿਆ, ਤੈਨੂੰ ਦੇਣ ਨੂੰ ਦਾਤ ਮੇਰਾ ਮਨ ਕਰਦਾ ਹੈ। ਫਿਰ ਫਰਮਾਉਂਦੇ ਹਨ, ਜਿਨੀ ਤੇਰਾ ਨਾਮ ਧਿਆਇਆ, ਤਿਨ ਕੋ ਸਦ ਮਿਲੇ। ਸਦ ਤੋਂ ਭਾਵ ਹੈ ਸਜਰੇ ਸਜਰੇ ਪਦਾਰਥ। ਇੱਕ ਪਦਾਰਥ ਉਹ ਹੁੰਦਾ ਨਾ ਜਿਹੜਾ ਪੁਰਾਣਾ ਹੋ ਗਿਆ, ਜਾਂ ਮੰਨ ਲਓ ਕਿਸੇ ਨੇ ਪਹਿਲਾਂ ਵਰਤ ਲਿਆ ਹੈ ਤੇ ਦੁਬਾਰਾ ਫਿਰ ਮਿਲਿਆ। ਨਹੀਂ, ਪਰਮਾਤਮਾ ਆਪਣੇ ਪਿਆਰਿਆਂ ਨੂੰ ਸਜਰੇ ਪਦਾਰਥ ਦਿੰਦਾ, ਨਵੇਂ, ਵੀ ਪਹਿਲਾਂ ਤੈਨੂੰ ਦੇਣੇ ਨੇ, ਤੂੰ ਨਾਮ ਜਪਿਆ ਹੈ, ਤੇਰੇ ਤੋਂ ਬਾਅਦ ਵੀ ਦੂਜਿਆਂ ਨੂੰ ਵੇਖਾਂਗੇ ਵੀ ਕਿਸੇ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ। ਉਹ ਪਰਮਾਤਮਾ ਸਜਰੇ ਸਜਰੇ ਪਦਾਰਥ, ਨਵੇਂ ਨਿੱਕ ਪਦਾਰਥ ਜਿਹੜੇ ਨੇ, ਆਪਣੇ ਨਾਮ ਜਪਣ ਵਾਲਿਆਂ ਨੂੰ ਬਖਸ਼ਦਾ ਹੈ। ਫਿਰ ਫਰਮਾਉਂਦੇ ਹਨ, ਜਿਨ ਤੇਰਾ ਨਾਮ ਧਿਆਇਆ, ਤਿਨ ਕੋ ਸਦ ਮਿਲੇ। ਸੋ ਸਦ ਤੋਂ ਭਾਵ ਗੁਰਮੁਖੋ ਸ਼ੀਘਰ, ਛੇਤੀ ਨਾਲ। ਇਹ ਤਿੰਨ ਅਰਥ ਕੀਤੇ ਵਿਦਵਾਨਾਂ ਨੇ ਇਸ ਪੰਕਤੀ ਦੇ, ਕਿ ਜਿਨ੍ਹਾਂ ਨੇ ਤੇਰਾ ਨਾਮ ਧਿਆਇਆ, ਪਰਮਾਤਮਾ ਛੇਤੀ ਨਾਲ, ਦੇਰੀ ਨਹੀਂ ਕਰਦਾ ਹੈ। ਆਪਾਂ ਕਈ ਵਾਰੀ ਇਹ ਗੱਲ ਕਹਿੰਦੇ, ਪਰਮਾਤਮਾ ਦੇ ਘਰ ਵਿੱਚ ਦੇਰ ਹੈ ਪਰ ਅੰਧੇਰ ਨਹੀਂ ਹੈ। ਇਹ ਮਨਮੁਖਾਂ ਦੀ ਗੱਲ ਹੈ, ਗੁਰਮੁਖਾਂ ਦੀ ਨਹੀਂ ਹੈ। ਰੱਬ ਦੇ ਘਰ ਵਿੱਚ ਦੇਰ ਨਾਮ ਦਾ ਤੇ ਸ਼ਬਦ ਹੀ ਨਹੀਂ ਹੈਗਾ ਹੈ, ਫਿਰ ਕਿਵੇਂ ਕਹਿ ਸਕਦਾ ਹੈ? ਭਗਤਾਂ ਨੇ ਤੇ ਬਚਨ ਲਿਖਿਆ, ਕਹਿਣ ਲੱਗੇ ਡੂਬ ਮੂਏ ਨੌਕਾ ਮਿਲੇ, ਕਹੋ ਕਿਸੇ ਚੜਾਓ। ਹੁਣ ਬੰਦਾ ਡੁੱਬਦਾ ਪਿਆ ਪਾਣੀ ਦੇ ਵਿੱਚ, ਤੇ ਬੇੜੀ ਵਾਲਾ ਕਵੇ ਵੀ ਖੜ ਜਾ, ਪਹਿਲਾਂ ਡੋਬੀ ਲੈਣ ਦੇ, ਫਿਰ ਮੈਂ ਬੇੜੀ ਲੈ ਕੇ ਜਾਵਾਂਗਾ। ਤੇ ਫਿਰ ਬੇੜੀ ਨੂੰ ਮੱਥੇ ਮਾਰਨਾ ਕਿਸੇ ਨੇ, ਡੁੱਬਣ ਵਾਲਾ ਤੇ ਡੁੱਬ ਗਿਆ। ਫਾਇਦਾ ਤੇ ਤਾਂ ਸੀ ਡੁੱਬਣ ਤੋਂ ਪਹਿਲਾਂ ਬੇੜੀ ਪਹੁੰਚੇ, ਤਾਂ ਹੀ ਬਚਾਇਆ ਜਾ ਸਕਦਾ।
ਆਪਾਂ ਕਹਿ ਦਿੰਦੇ ਰੱਬ ਦੇ ਘਰੇ ਦੇਰ ਹੈ, ਜੇ ਰੱਬ ਨੇ ਦੇਰ ਹੀ ਕਰ ਦਿੱਤੀ ਬੰਦਾ ਹੀ ਮਰ ਗਿਆ ਤੇ ਫਿਰ ਬਾਅਦ ਵਿੱਚ ਕੀ ਕਰਨਾ ਹੈ। ਨਹੀਂ, ਰੱਬ ਦੇ ਘਰ ਡੇਰ ਨਾਮ ਦਾ ਤੇ ਸ਼ਬਦ ਹੈ ਹੀ ਨਹੀਂ, ਉਹ ਡੇਰੀ ਕਰਦਾ ਹੀ ਨਹੀਂ ਹੈ। ਉਹ ਤੇ ਕਹਿੰਦਾ ਨਾਮ ਜਪ ਤੇ ਸਦ ਨਾਮ ਸ਼ੀਘਰ, ਛੇਤੀ ਦੇ ਨਾਲ ਵਸਤੂਆਂ ਦਿੰਦਾ ਵੀ ਡੇਰੀ ਨਾ ਕਿਤੇ ਲੱਗ ਜਾਵੇ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਕਿਸੇ ਨੇ ਪੁੱਛਿਆ ਪ੍ਰਮਾਤਮਾ ਤੂੰ ਰਿਧੀਆਂ ਸਿੱਧੀਆਂ ਹੱਥ ਤੇ ਹੀ ਕਿਉਂ ਰੱਖੀਆਂ ਹੋਈਆਂ, ਥੋੜੀਆਂ ਸਾਈਡ ਤੇ ਪਾਸੇ ਰੱਖ ਦੇ। ਪਰਮਾਤਮਾ ਨੇ ਆਖਿਆ, ਕਹਿਣ ਲੱਗਾ ਉਹ ਭਾਈ ਪਿਆਰਿਆ ਇਹ ਮੈਂ ਹੱਥ ਤੇ ਤਾਂ ਰੱਖੀਆਂ ਨੇ, ਨਾਮ ਜਪਣ ਵਾਲਾ ਮੰਗੇ ਤੇ ਮੈਨੂੰ ਦੇਣ ਲੱਗਿਆਂ ਢੇਰ ਨਾ ਲੱਗੇ, ਮੈਂ ਛੇਤੀ ਨਾਲ ਹੀ ਦੇ ਦੇਵਾਂ। ਐਸਾ ਉਹ ਪਰਮਾਤਮਾ ਹੈ। ਮਹਾਰਾਜ ਕਹਿਣ ਲੱਗੇ ਜਿਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸਦ ਮਿਲੇ। ਸਦ ਤੋਂ ਭਾਵ ਸ਼ੀਘਰ, ਛੇਤੀ। ਜਿਹੜੇ ਤੇਰੇ ਨਾਮ ਜਪਦੇ ਉਹਨਾਂ ਨੂੰ ਬੜੀ ਛੇਤੀ ਉਹ ਦਾਤਾਂ ਦਿੰਦਾ ਹੈ। ਬਾਬਾ ਮੈਂ ਕਰਮਹੀਨ ਬਾਬਾ ਨਾਮ ਪਿਤਾ ਦਾ। ਕਹਿਣ ਲੱਗਿਆ ਪਿਤਾ ਜੀ ਬਚਨ ਸੁਣੋ, ਪਰਮੇਸ਼ਰ ਦੇ ਅੱਗੇ ਬੇਨਤੀ ਕਰੋ, ਹੈ ਪਰਮਾਤਮਾ ਮੈਂ ਕਰਮਹੀਨ ਹਾਂ, ਮੈਂ ਕਰਮਾਂ ਤੋਂ ਹੀਣਾ ਹਾਂ, ਮੇਰੇ ਤੇ ਕਿਰਪਾ ਕਰ। ਕੁੜਿਆਰ ਮੈਂ ਝੂਠਾ ਹਾਂ, ਮਹਾਰਾਜ ਮੇਰੇ ਤੇ ਕਿਰਪਾ ਕਰੋ। ਨਾਮ ਨਾ ਪਾਇਆ ਤੇਰਾ ਅੰਦਾ, ਮੈਂ ਅੰਨੇ ਜੀਵ ਨੇ ਤੇਰਾ ਨਾਮ ਜਪਣਾ ਪਾਇਆ ਹੀ ਨਹੀਂ, ਕਦੇ ਤੇਰਾ ਨਾਮ ਜਪਿਆ ਨਹੀਂ ਹੈ। ਭਰਮ ਭੁਲਾ ਮਨ ਮੇਰਾ, ਕਿਉਂਕਿ ਮੇਰਾ ਮਨ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ। ਇਸ ਤਰ੍ਹਾਂ ਬੇਨਤੀ ਕਰਨੀ ਹੈ ਗੁਰੂ ਦੇ ਅੱਗੇ ਆ ਕੇ, ਮਹਾਰਾਜ ਮੈਂ ਕਰਮਾਂ ਤੋਂ ਹੀਣਾ ਹਾਂ, ਮੇਰਾ ਮਨ ਭਰਮਿਆ ਹੋਇਆ ਭੁੱਲਿਆ ਹੋਇਆ ਹੈ, ਮਹਾਰਾਜ ਮੈਂ ਝੂਠਾ ਹਾਂ, ਮੇਰੇ ਤੇ ਕਿਰਪਾ ਕਰਕੇ ਤਾਰ ਦੇਣਾ ਕਰੋ। ਸਾਧ ਕੀਤੇ ਦੁੱਖ ਪਰ ਫੁੜੇ। ਮਹਾਰਾਜ ਕਹਿਣ ਲੱਗੇ ਭਾਈ ਜਿਨ੍ਹਾਂ ਨੇ ਸਵਾਦ ਲੈ ਨੇ ਕੀਤੇ ਹੋਏ ਪਦਾਰਥਾਂ ਦੇ, ਪੂਰਬ ਲਿਖੇ ਮਾਏ, ਇਹ ਪੂਰਬਲੇ ਲਿਖੇ ਹੋਏ, ਪਿਛਲੇ ਜਨਮਾਂ ਵਿੱਚ ਕੋਈ ਚੰਗਾ ਕੰਮ ਆਪਾਂ ਕੀਤਾ ਹੋਣਾ, ਉਹਦੇ ਕਰਮਾਂ ਦੇ ਮੁਤਾਬਕ ਸਾਨੂੰ ਇਸ ਦੁਨੀਆ ਵਿੱਚ ਸਵਾਦ ਮਿਲ ਗਿਆ ਤੇ ਆਪਾਂ ਸਵਾਦ ਲੈਂਦੇ ਪਏ ਹਾਂ। ਪੂਰਬ ਲਿਖੇ ਮਾਏ, ਜਿਹੜੇ ਪਿਛਲੇ ਪੂਰਬਲੇ ਕਰਮਾਂ ਵਿੱਚ ਲਿਖੇ ਅਨੁਸਾਰ ਇਹ ਜਿੰਨੇ ਕੁ ਸਾਨੂੰ ਸਾਧ ਕੀਤੇ ਸਵਾਦ ਮਿਲੇ ਨੇ, ਇਹ ਦੁੱਖ ਪਰ ਫੜੇ। ਇਹਨਾਂ ਪਦਾਰਥਾਂ ਦਾ ਮੁੜ ਕੇ ਦੁੱਖ ਵੀ ਆਉਣਾ ਹੈ। ਪਿੱਛੇ ਚੰਗਾ ਕਰਮ ਕੀਤਾ ਹੈ, ਉਹਦੇ ਸਾਨੂੰ ਫਲ ਮਿਲੇ, ਹੁਣ ਫਲ ਅਸੀਂ ਛਕਦੇ ਪਏ, ਆਨੰਦ ਲੈਂਦੇ ਪਏ, ਪਰ ਇੱਕ ਸਮਾਂ ਆਵੇਗਾ ਇਹ ਫਲ ਮੁੜ ਕੇ ਦੁੱਖ ਰੂਪ ਹੋ ਜਾਣੇ, ਦੁੱਖ ਵੀ ਦੇਣਗੇ, ਸੋ ਇਹਦੇ ਵਿੱਚੋਂ ਦੁੱਖ ਵੀ ਮਿਲੇਗਾ। ਹੁਣ ਖੰਡ ਖਾਣ ਦਾ ਬੜਾ ਸਵਾਦ ਹੈ ਨਾ, ਪਰ ਬਾਅਦ ਵਿੱਚ ਸ਼ੂਗਰ ਵੀ ਤੇ ਕਰੇਗੀ ਨਾ, ਦੁੱਖ ਵੀ ਤੇ ਦੇਵੇਗੀ ਨਾ। ਇਸ ਤਰ੍ਹਾਂ ਜਿਹੜੇ ਪਦਾਰਥ ਨੇ ਉਹ ਪਹਿਲਾਂ ਤੇ ਲੱਗਦੇ ਬੜੇ ਬੜੇ ਚੰਗੇ ਕਰਮਾਂ ਦੇ ਮੁਤਾਬਕ ਆ ਗਏ, ਉਹਨਾਂ ਵਿੱਚ ਪੈ ਕੇ ਫਿਰ ਬੰਦਾ ਮਾੜੇ ਕਰਮ ਕਰਦਾ, ਫਿਰ ਦੁੱਖ ਮਿਲਦੇ, ਫਿਰ ਦੁੱਖਾਂ ਦੇ ਵਿੱਚ ਵਿਅਕਤੀ ਦੁਖੀ ਹੁੰਦਾ ਹੈ। ਜਿੰਨੇ ਬੰਦਿਆਂ ਵੱਧ ਸੁੱਖ ਲਵੇਂਗਾ ਉਨੇ ਹੀ ਬਾਅਦ ਵਿੱਚ ਵੱਧ ਆ ਕੇ ਦੁੱਖ ਮਿਲਦੇ ਹਨ। ਸੁੱਖ ਥੋੜੇ ਦੁੱਖ ਅਗਲੇ। ਗੁਰਮੁਖੋ ਸੁੱਖਾਂ ਦਾ ਟਾਈਮ ਤੇ ਥੋੜਾ ਜਿਹਾ ਹੀ ਹੈ। ਕਦੇ ਆਪਣੀ ਜ਼ਿੰਦਗੀ ਵਿੱਚ ਇਕੱਲੇ ਬੈਠੇ ਹੋ, ਬੈਠ ਕੇ ਵੇਖਿਓ ਵੀ ਫਲਾਣਾ ਸੁੱਖ ਮਿਲਿਆ ਸੀ, ਕਿੰਨੇ ਚਿਰ ਵਾਸਤੇ ਮਿਲਿਆ ਹੈ। ਤੁਸੀਂ ਉਸੇ ਵੇਲੇ ਗਿਣ ਲਵੋਗੇ ਵੀ ਮਹੀਨੇ ਵਾਸਤੇ ਮਿਲਿਆ, 6 ਮਹੀਨੇ ਸਾਲ ਵਾਸਤੇ ਸੁੱਖ ਮਿਲਿਆ। ਫਿਰ ਕਦੇ ਦੁੱਖ ਦੀ ਗਿਣਤੀ ਕਰਿਓ ਵੀ ਦੁੱਖ ਕਿੰਨੇ ਚਿਰ ਵਾਸਤੇ ਮਿਲਿਆ ਹੈ। ਦੁੱਖ ਤੇ ਬੜੇ ਲੰਮੇ ਸਮੇਂ ਵਾਸਤੇ ਮਿਲਿਆ ਹੈ। ਜਦੋਂ ਤੋਂ ਜਨਮ ਮਿਲਿਆ, ਜਿੰਨਾ ਚਿਰ ਇਹ ਸਰੀਰ ਰਹਿਣਾ, ਇਹ ਦੁੱਖ ਵੀ ਨਾਲ ਹੀ ਬੱਧਾ ਹੋਇਆ ਹੈ। ਦੁੱਖ ਸੁੱਖ ਦੋਏ ਦਰ ਕੱਪੜੇ, ਇਹ ਐਸੀ ਹਾਲਤ ਬਣੀ ਹੋਈ ਹੈ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਜਿਹੜਾ ਸੁੱਖ ਹੈ ਉਹ ਥੋੜੇ ਸਮੇਂ ਵਾਸਤੇ ਹੈ, ਤੇ ਦੁੱਖ ਜਿਹੜਾ ਹੈ ਉਹ ਅਗਲੇ ਤੋਂ ਕਹੀਏ ਬਹੁਤਾ ਲੰਮਾ ਸਮਾਂ ਦੁੱਖ ਭੋਗਣਾ ਪੈਂਦਾ ਹੈ। ਦੁੱਖੇ ਦੁੱਖ ਵਿਹਾਏ, ਤੇ ਬੰਦੇ ਦੀ ਉਮਰਾਂ ਜਿਹੜੀ ਹੈ ਦੁੱਖ ਦੇ ਵਿੱਚ ਹੀ ਸਾਰੀ ਬਤੀਤ ਹੁੰਦੀ ਹੈ। ਕਦੇ ਇੱਕ ਦੁੱਖ ਨਾਲ ਜੰਗ ਕਰਦਾ, ਉਹਦੇ ਤੋਂ ਛੁਟਕਾਰਾ ਨਹੀਂ ਹੋਇਆ, ਦੂਜਾ ਦੁੱਖ ਪੈ ਗਿਆ, ਤੀਜਾ ਦੁੱਖ ਪੈ ਗਿਆ, ਦੁੱਖਾਂ ਦੇ ਵਿੱਚ ਹੀ ਸਾਰੀ ਉਮਰਾਂ ਲੰਘ ਜਾਂਦੀ ਹੈ। ਵਿਛੜਿਆ ਕਾ ਕਿਆ ਵਿਛੜਾ। ਸੋ ਜਿਹੜੇ ਪਰਮੇਸ਼ਰ ਦੇ ਵੱਲੋਂ ਵਿਛੜੇ ਹੋਏ ਨੇ, ਮਹਾਰਾਜ ਕਹਿਣ ਲੱਗੇ ਕਾ ਕਿਆ ਵਿਛੜਾ, ਸੋ ਉਹਨਾਂ ਦੇ ਨਾਲ ਕੀ ਕਰੀਏ, ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਵਿਛੋੜ ਲੈਣਾ ਕਰ। ਜਿਹੜੇ ਰੱਬ ਦੇ ਨਾਲੋਂ ਵਿਛੜੇ ਟੁੱਟੇ ਹੋਏ ਨੇ ਨਾ, ਤੇ ਆਪਾਂ ਨੂੰ ਕੀ ਕਰਨਾ, ਮਹਾਰਾਜ ਕਹਿੰਦੇ ਆਪਾਂ ਨੂੰ ਇਹ ਕਰਨਾ ਵੀ ਉਹਦੇ ਨਾਲੋਂ ਤੂੰ ਵਿਛੋੜਾ ਪਾ ਲਾ, ਵੀ ਇਹਨੂੰ ਪਰੇ ਹੀ ਕਰ ਦਿਓ। ਜਿਹੜਾ ਰੱਬ ਤੋਂ ਵਿਛੜਿਆ, ਮੈਂ ਇਹਦੇ ਨਾਲੋਂ ਵਿਛੜ ਜਾਵਾਂ ਚੰਗੀ ਗੱਲ ਹੈ, ਕਿਉਂਕਿ ਇਹਨੇ ਮੈਨੂੰ ਵੀ ਵਿਛੋੜ ਦੇਣਾ ਹੈ। ਜਿਹੜੇ ਪਰਮਾਤਮਾ ਤੋਂ ਵਿਛੜੇ ਨੇ, ਤੂੰ ਸਿੱਖਾ ਗੁਰੂ ਕਿਹਾ ਸਾਕਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ। ਐਸੇ ਬੰਦੇ ਕੋਲੋਂ ਵਿਛੜ ਜਾਣਾ ਹੀ ਚੰਗਾ ਹੈ। ਮਿਲਿਆ ਕਾ ਕਿਆ ਮੇਲ। ਜਿਹੜੇ ਪ੍ਰਮਾਤਮਾ ਦੇ ਨਾਲ ਮਿਲੇ ਹੋਏ ਨੇ,
ਉਹਨਾਂ ਨਾਲ ਕੀ ਕਰਨਾ ਚਾਹੀਦਾ? ਕਹਿੰਦੇ ਉਹਨਾਂ ਨੂੰ ਭੱਜ ਕੇ ਮਿਲਣਾ ਚਾਹੀਦਾ ਹੈ। ਜਿਹੜੇ ਰੱਬ ਨੂੰ ਮਿਲੇ ਨੇ ਨਾ, ਬੰਦਗੀ ਕਰਦੇ ਪਏ, ਗੁਰੂ ਦੇ ਸਿੰਘ, ਗੁਰੂ ਕੇ ਸਿੱਖ, ਪਾਠ ਕਰਨ ਵਾਲੇ, ਬਾਣੀ ਪੜ੍ਹਨ ਵਾਲੇ, ਕਥਾ ਕੀਰਤਨ ਸੁਣਨ ਵਾਲੇ, ਸੰਗਤ ਵਿੱਚ ਬੈਠਣ ਵਾਲੇ, ਜੇ ਕਿਤੇ ਉਹ ਮਿਲ ਜਾਣ ਤੇ ਉਹਨਾਂ ਨੂੰ ਭੱਜ ਕੇ ਮਿਲਣਾ ਚਾਹੀਦਾ ਅੱਗੋਂ ਜਾ ਕੇ, ਕਿਉਂਕਿ ਰੱਬ ਦੇ ਨਾਲ ਮਿਲਿਆ ਮੈਨੂੰ ਵੀ ਮੇਲ ਦੇਵੇਗਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਵੀ ਜਿਹਨੂੰ ਤੇਰਾ ਨਾਮ ਚੇਤੇ ਆਉਂਦਾ ਹੈ, ਐਸੇ ਗੁਰਮੁਖ ਦੀ ਸੰਗਤ ਸਾਨੂੰ ਵੀ ਦਿਓ। ਫਿਰ ਫਰਮਾਉਂਦੇ ਹਨ, ਵਿਛੜਿਆ ਕਾ ਕਿਆ ਵਿਛੜੈ। ਵਿਛੜਿਆ ਹੋਇਆਂ ਦਾ ਭਾਈ ਕੀ ਵਿਛੋੜਨਾ ਹੈ? ਜਿਹੜੇ ਰੱਬ ਤੋਂ ਪਹਿਲਾਂ ਹੀ ਵਿਛੜੇ ਨੇ ਉਹਨਾਂ ਦਾ ਕਿਸੇ ਨੇ ਕੀ ਵਿਛੋੜ ਦੇਣਾ ਹੈ? ਮਿਲਿਆ ਕਾ ਕਿਆ ਮੇਲ। ਜਿਹੜੇ ਮਿਲੇ ਹੋਏ ਨੇ ਉਹਨਾਂ ਦਾ ਮੇਲ ਕੀ ਕਰਨਾ? ਪਰ ਸਾਨੂੰ ਇਹ ਕਰਨਾ ਚਾਹੀਦਾ ਵੀ ਐਸਿਆਂ ਗੁਰਮੁਖਾਂ ਨਾਲ ਮਿਲ ਜਾਣਾ ਚਾਹੀਦਾ ਹੈ। ਸਾਹਿਬ ਸੋ ਸਲਾਹੀਐ। ਉਹ ਸਾਹਿਬ ਪਰਮਾਤਮਾ ਨੂੰ ਸਦਾ ਸਲਾਹੁਣਾ ਕਰੀਏ। ਜਿਨ ਕਰ ਦੇਖਿਆ ਖੇਲ। ਜਿਨੇ ਸਾਰੇ ਸੰਸਾਰ ਦੀ ਖੇਡ ਨੂੰ ਖੇਡਿਆ ਹੋਇਆ ਹੈ ਤੇ ਦੁਨੀਆ ਦੀ ਖੇਡ ਖੇਡ ਕੇ ਜੋ ਵੇਖਦਾ ਪਿਆ, ਐਸੇ ਪਰਮਾਤਮਾ ਨੂੰ ਸਲਾਹੁਣਾ ਕਰੀਏ। ਸੰਜੋਗੀ ਮੇਲਾਵੜਾ। ਗੁਰਮੁਖੋ ਸੰਜੋਗਾਂ ਕਰਕੇ, ਕਰਮਾਂ ਕਰਕੇ ਇਹ ਸਰੀਰ ਦਾ ਮਿਲਾਪ ਹੋਇਆ। ਸਾਡੇ ਪਿਛਲੇ ਕਰਮ ਨੇ ਤਾਂ ਸਾਨੂੰ ਇਹ ਸਰੀਰ ਮਿਲਿਆ। ਇਹ ਸਰੀਰ ਵੀ ਸਾਨੂੰ ਕਰਮਾਂ ਕਰਕੇ ਮਿਲਿਆ ਹੈ। ਮਹਾਰਾਜ ਕਹਿਣ ਲੱਗੇ ਸੰਜੋਗੀ ਮਿਲਾਵੜਾ, ਪਿਛਲੇ ਕਰਮਾਂ ਦੇ ਸੰਜੋਗ ਕਰਕੇ ਇਹ ਤੈਨੂੰ ਸਰੀਰ ਦਾ ਮਿਲਾਵੜਾ ਕਹੀਏ ਮਿਲਣਾ, ਇਹ ਸਰੀਰ ਤਾਂ ਮਿਲਿਆ। ਫਿਰ ਫਰਮਾਉਂਦੇ ਹਨ, ਸੰਜੋਗੀ ਮੇਲਾਵੜਾ। ਇਹ ਪਿਛਲੇ ਕਰਮਾਂ ਕਰਕੇ ਸੰਜੋਗੀ ਕਹੀਏ ਤੈਨੂੰ ਭੈਣਾ ਭਰਾ ਜਿਹੜੇ ਮਿਲੇ ਨਾ, ਸੰਬੰਧੀ ਰਿਸ਼ਤੇਦਾਰ, ਇਹ ਵੀ ਪਿਛਲੇ ਕਰਮਾਂ ਕਰਕੇ ਮਿਲੇ। ਕਈ ਵਾਰੀ ਆਪਾਂ ਆਖਦੇ ਮੇਰੇ ਰਿਸ਼ਤੇਦਾਰ ਬੜੇ ਹੀ ਭੈੜੇ ਨੇ, ਕਦੇ ਕੋਈ ਚੰਗਾ ਕੰਮ ਮੈਨੂੰ ਕਰਨ ਹੀ ਨਹੀਂ ਦਿੰਦੇ, ਮੈਨੂੰ ਹਰ ਵੇਲੇ ਦੁੱਖ ਹੀ ਦਿੰਦੇ ਰਹਿੰਦੇ। ਇਹ ਜਿਹੜੇ ਮਾੜੇ ਰਿਸ਼ਤੇਦਾਰ ਤੈਨੂੰ ਮਿਲੇ ਨਾ, ਇਹ ਵੀ ਤੇਰੇ ਕਰਮਾਂ ਕਰਕੇ ਹੀ ਮਿਲੇ। ਤੂੰ ਮਾੜੇ ਕਰਮ ਪਹਿਲਾਂ ਪਿਛਲੇ ਜ਼ਮਾਨੇ 'ਚ ਤੂੰ ਕੀਤੇ ਉਹਨਾਂ ਨਾਲ, ਹੁਣ ਉਹ ਤੇਰੇ ਕੋਲੋਂ ਬਦਲਾ ਲੈਂਦੇ ਪਏ। ਇਹ ਰਿਸ਼ਤੇਦਾਰ ਮਾੜੇ ਮਿਲ ਜਾਣੇ, ਇਹ ਵੀ ਤੇਰੇ ਕਰਮਾਂ ਦੀ ਨਿਸ਼ਾਨੀ ਹੈ। ਫਿਰ ਫਰਮਾਉਂਦੇ ਹਨ, ਸੰਜੋਗੀ ਮੇਲਾਵੜਾ। ਤੀਜਾ ਅਰਥ ਕਰਦੇ ਨੇ ਇਹ ਜਿਹੜੇ ਪਦਾਰਥ ਤੈਨੂੰ ਮਿਲੇ ਨਾ ਬੰਦਿਆ, ਭਾਵੇਂ ਸੁਖ ਰੂਪ ਤੇ ਭਾਵੇਂ ਦੁੱਖ ਰੂਪ, ਇਹ ਪਦਾਰਥ ਵੀ ਤੈਨੂੰ ਕਰਮਾਂ ਕਰਕੇ ਮਿਲੇ ਨੇ। ਜਿਵੇਂ ਦੇ ਕਰਮ ਕੀਤੇ ਉਵੇਂ ਦੇ। ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ। ਇਹ ਤੇਰੇ ਕਰਮਾਂ ਦੇ ਮਿਲੇ ਹੋਏ ਪਦਾਰਥ ਹਨ। ਇਨ ਤਨ ਕੀਤੇ ਭੋਗ। ਇਹਨਾਂ ਪਦਾਰਥਾਂ ਦੇ ਨਾਲ ਜਾਂ ਇਹਨਾਂ ਸੰਬੰਧੀਆਂ ਦੇ ਨਾਲ ਵਿਅਕਤੀ ਮਿਲ ਕੇ ਫਿਰ ਭੋਗਾਂ ਨੂੰ ਭੋਗਦਾ ਹੈ। ਵੇ ਜੋਗੀ ਮਿਲ ਵਿਛੜੈ। ਵਿਜੋਗੀ ਕਰਮਾਂ ਕਰਕੇ ਮਿਲੇ ਹੋਏ ਪਦਾਰਥ, ਜਾਂ ਕਰਮਾਂ ਕਰਕੇ ਮਿਲੇ ਹੋਏ ਰਿਸ਼ਤੇਦਾਰ, ਜਾਂ ਕਰਮਾਂ ਕਰਕੇ ਮਿਲੇ ਹੋਏ ਜਿੰਨੇ ਵੀ ਪਦਾਰਥ ਹਨ, ਨਾਨਕ ਭੀ ਸੰਜੋਗ। ਪਾਤਸ਼ਾਹ ਕਹਿਣ ਲੱਗੇ ਕਰਮਾਂ ਕਰਕੇ ਹੀ ਆਉਂਦੇ। ਜਿਹੜੇ ਰਿਸ਼ਤੇਦਾਰ ਤੈਨੂੰ ਮਿਲੇ ਨੇ, ਕੋਈ ਸਰੀਰ ਤੈਨੂੰ ਮਿਲਿਆ, ਉਹ ਤੈਨੂੰ ਕਰਮਾਂ ਕਰਕੇ ਮਿਲਿਆ। ਜਿੱਦਣ ਕਰਮ ਖਤਮ ਹੋ ਗਿਆ ਉਦੋਂ ਉਹ ਸਰੀਰ ਦੇ ਨਾਲ ਤੇਰਾ ਵਾਹ ਵਾਸਤਾ ਖਤਮ ਹੋ ਜਾਣਾ ਹੈ। ਜਾਂ ਤੈਨੂੰ ਜਿਹੜੇ ਪਦਾਰਥ ਮਿਲੇ ਨੇ ਇਹ ਕਰਮਾਂ ਕਰਕੇ ਬੈਠਿਆਂ ਹੀ ਤੈਨੂੰ ਮਿਲ ਗਏ ਨੇ। ਜਿੱਦਣ ਤੇਰਾ ਕਰਮ ਖਤਮ ਹੋ ਗਿਆ ਉਦੋਂ ਆਪਣੇ ਆਪ ਹੀ ਤੇਰੇ ਕੋਲੋਂ ਸਭ ਕੁਝ ਉੱਡ ਜਾਣਾ ਹੈ। ਇਹ ਸਰੀਰ ਵੀ ਤੈਨੂੰ ਕਰਮਾਂ ਕਰਕੇ ਮਿਲਿਆ। ਜਿੱਦਣ ਤੇਰਾ ਇਹਦੇ ਨਾਲ ਹਿਸਾਬ ਕਿਤਾਬ ਪੂਰਾ ਹੋ ਗਿਆ ਸਰੀਰ ਦੇ ਨਾਲ, ਉਦੋਂ ਇਹ ਸਰੀਰ ਵੀ ਤੇਰੇ ਕੋਲੋਂ ਛੁੱਟ ਜਾਣਾ ਹੈ। ਪਾਤਸ਼ਾਹ ਕਹਿਣ ਲੱਗੇ ਨਾਨਕ ਭੀ ਸੰਜੋਗ। ਇਹ ਸਭ ਕੁਝ ਭਾਵੇਂ ਪਦਾਰਥ ਨੇ, ਭਾਵੇਂ ਰਿਸ਼ਤੇਦਾਰ ਨੇ, ਭਾਵੇਂ ਤੇਰਾ ਸਰੀਰ ਹੈ, ਭਾਵੇਂ ਤੇਰੇ ਦੁੱਖ ਤੇ ਸੁੱਖ ਨੇ, ਇਹ ਸਾਰੇ ਤੇਰੇ ਕਰਮਾਂ ਕਰਕੇ ਤੈਨੂੰ ਮਿਲੇ ਨੇ। ਜਿੱਦਣ ਤੇਰੇ ਕਰਮ ਮੁੱਕ ਗਏ ਉਦੋਂ ਇਹ ਸਭ ਕੁਝ ਤੇਰੇ ਕੋਲੋਂ ਚਲੇ ਜਾਣਾ। ਨਾ ਪਦਾਰਥ ਰਹਿਣਾ, ਨਾ ਰਿਸ਼ਤੇਦਾਰ ਰਹਿਣੇ, ਨਾ ਦੁੱਖ ਜਾਂ ਸੁੱਖ ਰਹਿਣੇ, ਨਾ ਹੀ ਤੇਰਾ ਸਰੀਰ ਰਹਿਣਾ। ਜਿੱਦਣ ਕਰਮ ਖਤਮ ਹੋ ਗਿਆ ਉਦੋਂ ਸਭ ਕੁਝ ਨਾਲ ਹੀ ਮੁੱਕ ਜਾਣਾ ਹੈ। ਇਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੇ ਜਿਹੜਾ ਉਪਦੇਸ਼ ਹੈ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਨੂੰ ਇਹ ਉਪਦੇਸ਼ ਦੇ ਕੇ ਨਿਹਾਲ ਕੀਤਾ। ਸਾਨੂੰ ਵੀ ਉਪਦੇਸ਼ ਦੇ ਕੇ ਨਿਹਾਲ ਕੀਤਾ। ਭੁੱਲਾਂ ਚੁੱਕਾਂ ਦੀ ਮੁਆਫੀ ਬਚਨ ਗੁਰੂ ਕਾ ਹਿਰਦੇ ਵਸੇ। ਦਿਓ ਸੱਜਣਾ ਸੀਸੜੀਆਂ ਸਾਹਿਬ ਸਿਓ ਮੇਲੋ। ਸੰਜੋਗੀ ਮੇਲਾਵੜਾ। ਇਨ ਤਨ ਕੀਤੇ ਭੋਗ। ਵੇ ਜੋਗੀ ਮਿਲ ਵਿਛੜੇ। ਨਾਨਕ ਭੀ ਸੰਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।